ਸਚ ਸਭਾ ਦੀਵਾਨ ਸਚ, ਸਚੇ ਪਹਿ ਧਰਿਓ। ਸਚੈ ਤਖਤ ਨਿਵਾਸ, ਸਚ ਤਪਾਵਸ ਕਰਿਓ। ਸਚ ਸਭਾ ਦੀਵਾਨ ਸਚ, ਸਚੇ ਪਹਿ ਧਰਿਓ। ਸਚੈ ਤਖਤ ਨਿਵਾਸ, ਸਚ ਤਪਾਵਸ ਕਰਿਓ। ਸਚ ਸਿਰਜਿਓ ਸੰਸਾਰ, ਆਪ ਭੁੱਲ ਨਾ ਭੁੱਲੋ। ਰਤਨ ਨਾਮ ਅਪਾਰ, ਕੀਮ ਨਹ ਪਵੈ ਅਮੁੱਲੋ। ਜੇ ਕਿਰਪਾਲ ਹੋਇਓ ਗੋਬਿੰਦ, ਸਰਬ ਸੁਖ ਤਿਨਹੂ ਪਾਏ। ਹਰ ਗੁਰ ਨਾਨਕ ਜਿਨ ਪਰਸਿਓ, ਤੇ ਬਹੁੜ ਫਿਰ ਜੋਨ ਨਾ ਆਏ। ਜੇ ਕਿਰਪਾਲ ਹੋਇਓ ਗੋਬਿੰਦ, ਸਰਬ ਸੁਖ ਤਿਨਹੂ ਪਾਏ। ਹਰ ਗੁਰ ਨਾਨਕ ਜਿਨ ਪਰਸਿਓ, ਤੇ ਬਹੁੜ ਫਿਰ ਜੋਨ ਨਾ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਬੜੇ ਅਦਬ, ਸਤਿਕਾਰ, ਪਿਆਰ ਸਹਿਤ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਸਤ ਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਉਦਮ ਬਲ ਬਖਸ਼ਿਸ਼ ਕੀਤਾ ਹੈ। ਦਾਤਾਰ ਜੀ ਦੀ ਅੰਮ੍ਰਿਤਮਈ ਪਾਵਨ ਬਾਣੀ ਦਾ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਅਦਬ, ਸਤਿਕਾਰ, ਪਿਆਰ ਸਹਿਤ ਸੁਣਿਆ ਹੈ। ਉਪਰੰਤ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ, ਮਹਾਰਾਜ ਦੇ ਮੁੱਖ ਵਾਕ ਸਵਈਏ, ਜਿਨ੍ਹਾਂ ਦੀ ਆਰੰਭਤਾ 1385 ਨੰਬਰ ਅੰਕ ਤੋਂ ਹੋਈ। ਸਤਿਗੁਰੂ ਮਹਾਰਾਜ ਦਾ 7 ਨੰਬਰ ਸਵਈਆ, ਜੋ ਕਿ 1386 ਨੰਬਰ ਅੰਕ ਉੱਪਰ ਸੁਭਾਏਮਾਨ ਹੈ, ਜਿਸ ਦਾ ਪਾਠ ਆਪ ਜੀ ਨੇ ਸੁਣਿਆ ਹੈ। ਸਤਿਗੁਰੂ ਜੀ ਸ਼ਬਦ ਵਰਤਦੇ ਹਨ, ਸੱਚ ਸਭਾ ਦੀਵਾਨ ਸੱਚ, ਸੱਚੇ ਪਹਿ ਧਰਿਓ। ਸੱਚੈ ਤਖਤ ਨਿਵਾਸ, ਸੱਚ ਤਪਾਵਸ ਕਰਿਓ। ਸਭਾ ਦਾ ਅਰਥ ਹੈ ਦਰਬਾਰ, ਮਜਲਸ, ਸੰਗਤ, ਇਕੱਠ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਇਹ ਸਮੁੱਚੀ ਬਾਣੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ, ਉਹਦੀ ਹਸਤੀ, ਉਹਦੀ ਪਵਿੱਤਰਤਾ, ਉਹਦੇ ਗੁਣਾ, ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਦੇ ਬਾਬਤ ਹੈ। ਔਰ ਹਰ ਇੱਕ ਸਵਈਏ ਦੇ ਅਖੀਰ ਉੱਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਗੁਰੂ ਨਾਨਕ ਮਹਾਰਾਜ ਜੀ ਦਾ ਨਾਮ ਵਰਤ ਕੇ ਇਹ ਵਿਚਾਰ ਸਾਡੇ ਸਨਮੁਖ ਰੱਖਿਆ ਕਿ ਇਹ ਅਕਾਲ ਪੁਰਖ ਦੇ ਐਸੇ ਗੁਣਾਂ ਦੀ ਸੋਝੀ ਗੁਰੂ ਨਾਨਕ ਮਹਾਰਾਜ ਜੀ ਨੂੰ ਪ੍ਰਸੰਨ ਕਰਕੇ ਗੁਰੂ ਨਾਨਕ ਮਹਾਰਾਜ ਜੀ ਦੀ ਸੰਗਤ ਭਾਵ ਉਹਨਾਂ ਦੇ ਉਪਦੇਸ਼ ਦੇ ਰਾਹੀਂ ਹੋਈ। ਇਸ ਕਰਕੇ ਗੁਰੂ ਨਾਨਕ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੇ ਰੂਪ ਭਾਵ ਗੁਣਾ ਕਰਕੇ, ਸੁਭਾਉ ਪ੍ਰਵਿਰਤੀ ਕਰਕੇ ਅਕਾਲ ਪੁਰਖ ਨੂੰ ਜਪਦਿਆਂ ਆਪਣੇ ਮਨ ਅੰਦਰ ਦ੍ਰਿੜ ਕਰਕੇ ਗੁਰੂ ਨਾਨਕ ਮਹਾਰਾਜ
ਉਸ ਅਕਾਲ ਪੁਰਖ ਵਿੱਚ ਪੂਰਨ ਰੂਪ ਵਿੱਚ ਅਭੇਦ ਹਨ। ਔਰ ਜਿਹੜਾ ਵੀ ਗੁਰੂ ਅਰਜਨ ਸਾਹਿਬ ਜੀ ਦੇ, ਗੁਰੂ ਨਾਨਕ ਮਹਾਰਾਜ ਜੀ ਦੇ ਇਸ ਪਾਵਨ ਉਪਦੇਸ਼ ਨੂੰ ਪੜ੍ਹ ਸੁਣ ਵਿਚਾਰ ਕਮਾ ਕੇ ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰਦਾ ਹੈ, ਉਸ ਨੂੰ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਐਸੇ ਗੁਣਾਂ ਦੀ ਸੋਝੀ ਹੋ ਜਾਂਦੀ ਹੈ ਜਿਸ ਦਾ ਜ਼ਿਕਰ, ਜਿਸ ਦੀ ਵਿਆਖਿਆ ਸਤਿਗੁਰੂ ਗੁਰੂ ਅਰਜਨ ਸਾਹਿਬ ਆਪਣੇ ਸਵਈਆਂ ਵਿੱਚ ਕਰਦੇ ਨੇ। ਸਤਿਗੁਰੂ ਮੁਬਾਰਕ ਬਾਣੀ ਦੇ ਵਿੱਚ ਆਖਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ ਤੇਰਾ ਰੁਤਬਾ ਐਸਾ ਹੈ। ਇੱਕ ਪ੍ਰਤੀਕ, ਇੱਕ ਉਦਾਹਰਣ ਵਰਤ ਕੇ ਮਹਾਰਾਜ ਕਹਿੰਦੇ ਨੇ, ਜਿਵੇਂ ਸੰਸਾਰ ਦੇ ਅੰਦਰ ਕੋਈ ਰਾਜਾ, ਕੋਈ ਮਹਾਰਾਜਾ, ਕੋਈ ਬਾਦਸ਼ਾਹਤ ਦਾ ਵਾਰਸ ਹੋਵੇ, ਉਸ ਉੱਪਰ ਚੌਰ ਝੁੱਲਦਾ ਹੈ, ਉਹ ਉੱਚੇ ਸਾਰੇ ਸਿੰਘਾਸਨ ਔਰ ਤਖਤ ਉੱਤੇ ਬੈਠਦਾ ਹੈ, ਉਸ ਦੇ ਉੱਪਰ ਛਤਰ ਝੁੱਲਦੇ ਹਨ ਔਰ ਸਾਰੇ ਉਸ ਦੇ ਤਾਬਿਆ, ਉਸ ਦੇ ਅਧੀਨ, ਉਸ ਦੀ ਰਜ਼ਾ, ਉਸ ਦੇ ਹਰ ਹੁਕਮ ਦੀ ਪਾਲਣਾ ਕਰਨ ਵਾਸਤੇ ਹੱਥ ਬੰਨ੍ਹ ਕੇ ਖੜੇ ਰਹਿੰਦੇ ਨੇ। ਉਸ ਤਾਕਤਵਰ ਵਿਅਕਤੀ ਦਾ ਕਿਹਾ ਹੋਇਆ ਹੀ ਕਾਨੂੰਨ ਹੁੰਦਾ ਹੈ, ਉਹਦੀ ਮਰਜ਼ੀ ਦੇ ਮੁਤਾਬਕ ਉਸ ਦੇ ਬਾਕੀ ਸਾਰੇ ਅਮਲੇ ਫੈਲੇ ਨੂੰ ਚੱਲਣਾ ਪੈਂਦਾ ਹੈ। ਇਹ ਕਿਉਂ ਹੁੰਦਾ ਹੈ? ਉਹ ਵੀ ਇੱਕ ਮਨੁੱਖ ਹੀ ਹੈ, ਬਾਕੀ ਉਹਦਾ ਹੁਕਮ ਮੰਨਣ ਵਾਲੇ ਵੀ ਮਨੁੱਖ ਹੀ ਨੇ, ਪਰ ਇੱਕ ਮਨੁੱਖ ਦੇ ਉੱਤੇ ਚੌਰ ਝੁੱਲ ਰਿਹਾ ਹੈ, ਉਹਦੇ ਸਿਰ ਦੇ ਉੱਤੇ ਛਤਰ ਝੁੱਲ ਰਿਹਾ ਹੈ, ਉਹ ਉੱਪਰ ਸਿੰਘਾਸਨ ਦੇ ਬਿਰਾਜਮਾਨ ਹੈ। ਉਹਦੀ ਕਹੀ ਹੋਈ ਗੱਲ ਨੂੰ ਗੌਰ ਦੇ ਨਾਲ, ਧਿਆਨ ਦੇ ਨਾਲ ਸੁਣਿਆ ਜਾਂਦਾ ਹੈ ਤੇ ਉਹਦੇ ਆਖੇ ਹੋਏ ਬਚਨਾਂ ਨੂੰ ਹਰ ਇੱਕ ਆਦਮੀ ਮੰਨਣ ਦਾ ਪਾਬੰਦ ਹੁੰਦਾ ਹੈ। ਇਸ ਨੂੰ ਅਸੀਂ ਕਹਿੰਦੇ ਹਾਂ, ਇਹ ਉਹਦਾ ਸਟੇਟਸ, ਇਹ ਉਹਦਾ ਰੁਤਬਾ, ਇਹ ਉਸ ਦੀ ਪਦ ਪਦਵੀ, ਉਹਦੀ ਅਹਿਮੀਅਤ ਹੈ, ਜਿਸ ਕਰਕੇ ਉਸ ਪੰਜਾਂ ਤੱਤਾਂ ਦੇ ਪੁਤਲੇ ਇਨਸਾਨ ਦੀ ਗੱਲ ਨੂੰ ਹੁਕਮ ਕਹਿ ਕੇ ਉਹਦੀ ਆਗਿਆ ਨੂੰ ਸਾਰੇ ਮੰਨਦੇ ਨੇ। ਐਸਾ ਪ੍ਰਤੀਕ ਇੱਕ ਮਹਾਰਾਜ ਮੁਬਾਰਕ ਬਾਣੀ ਦੇ ਵਿੱਚ ਆਖਦੇ ਨੇ, ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ। ਇਹ ਅਕਾਲ ਪੁਰਖ ਵਾਹਿਗੁਰੂ ਤੋਂ ਸਭਨਾਂ ਤੋਂ ਵੱਡਾ, ਵੱਡਿਆਂ ਤੋਂ ਵੀ ਵੱਡਾ ਹੈ। ਅਪਾਰ ਦਾ ਅਰਥ ਹੈ ਬਹੁਤ ਉੱਚਾ, ਜਿਹਦਾ ਪਾਰਾਵਾਰ ਕੋਈ ਨਹੀਂ। ਤੇਰਾ ਰੁਤਬਾ ਸਭਨਾਂ ਤੋਂ ਸ੍ਰੇਸ਼ਟ ਹੈ। ਔਰ ਇੱਕ ਖਿਆਲ ਹੋਰ ਸਤਿਗੁਰੂ ਨੇ ਮੁਬਾਰਕ ਬਾਣੀ ਦੇ ਵਿੱਚ ਆਖਿਆ, ਸਤਿਗੁਰੂ ਆਖਦੇ ਨੇ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ। ਤੇਰਾ ਦਰਬਾਰ ਬਹੁਤ ਵੱਡਾ ਹੈ। ਹੁਣ ਅਕਾਲ ਪੁਰਖ ਵਾਹਿਗੁਰੂ ਦਾ ਦਰਬਾਰ ਕੀ ਹੈ? ਕੋਈ ਇੱਟਾਂ ਦੀ ਚਣਾਈ ਦੇ ਨਾਲ ਬਣਾਇਆ ਹੋਇਆ ਘਰ, ਕੋਈ ਬਿਲਡਿੰਗ ਅਕਾਲ ਪੁਰਖ ਦਾ ਦਰਬਾਰ ਨਹੀਂ। ਇਹ ਸਾਰੀ ਕਾਇਨਾਤ, ਇਹ ਸਾਰਾ ਬ੍ਰਹਿਮੰਡ ਹੀ ਅਕਾਲ ਪੁਰਖ ਵਾਹਿਗੁਰੂ ਦਾ ਦਰਬਾਰ ਹੈ, ਕਿਉਂਕਿ ਕਰਤਾ ਵਾਹਿਗੁਰੂ ਇਹ ਸਾਰੇ ਸੰਸਾਰ ਨੂੰ ਬਣਾ ਕੇ ਇਹਦੇ ਵਿੱਚ ਆਪ ਸਮਾਇਆ ਹੋਇਆ, ਇੱਕ ਸੁਰ ਹੋਇਆ ਬੈਠਾ ਹੈ। ਇਸ ਕਰਕੇ ਗੁਰਬਾਣੀ ਨੇ ਆਖਿਆ ਵੀ ਜਿਹੜੇ ਵਿਅਕਤੀ ਇਸ ਭੁਲੇਖੇ ਵਿੱਚ ਨੇ, ਕਿਉਂਕਿ ਸਾਨੂੰ ਸਾਡੇ ਮਨਾਂ ਅੰਦਰ ਇਹ ਗੁੰਝਲ ਪੈ ਗਈ ਕਿ ਸ਼ਾਇਦ ਆਕਾਸ਼ ਉੱਤੇ ਤਾਂ ਕਿਤੇ ਸਪੇਸ ਵਿੱਚ ਬਹੁਤ ਵੱਡਾ ਕਿਲੇ ਨੂੰਮਾ ਕੋਈ ਜਗ੍ਹਾ ਹੋਏਗੀ ਜਿੱਥੇ ਰੱਬ ਦਾ ਘਰ ਏ, ਰੱਬ ਦਰਬਾਰ ਲਾ ਕੇ ਬੈਠਦਾ ਹੈ, ਔਰ ਰੱਬ ਵੀ ਸੰਸਾਰ ਦੇ ਰਾਜਿਆਂ ਮਹਾਰਾਜਿਆਂ ਵਾਂਗ ਉੱਚੇ ਸਾਰੇ ਸਿੰਘਾਸਨ ਉੱਤੇ ਬੈਠਾ ਹੋਏਗਾ। ਕੁਝ ਇਹੋ ਜਿਹੀ ਤਸਵੀਰ, ਪਿਕਚਰ ਸਾਡੇ ਦਿਮਾਗ ਅੰਦਰ, ਸਾਡੀ ਸੁਰਤ ਦੇ ਅੰਦਰ ਉਸ ਰੱਬ ਤੇ ਰੱਬ ਦੇ ਘਰ ਦੇ ਪ੍ਰਤੀ ਬਣੀ ਹੋਈ ਹੈ। ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਇੱਕ ਸ਼ਬਦ ਜੋ 3 ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ, ਜਪ, ਜਿਹਨੂੰ ਅਸੀਂ ਸਤਿਕਾਰ ਨਾਲ ਜਪਜੀ ਸਾਹਿਬ ਕਹਿੰਦੇ ਹਾਂ, ਉਸ ਵਿੱਚ, ਫਿਰ ਸੋਦਰ ਦਾ ਵੱਖਰਾ ਸ਼ਬਦ, ਫਿਰ ਆਸਾ ਰਾਗ ਵਿੱਚ। ਉਸ ਸ਼ਬਦ ਦਾ ਆਰੰਭ ਹੀ ਹੈ ਸੋ ਦਰ, ਤੇ ਸਤਿਗੁਰੂ ਪੰਕਤੀ ਵਰਤਦੇ ਨੇ, ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਕਿਹਾ ਦਾ ਅਰਥ ਹੈ ਵੀ ਕਿਹੋ ਜਿਹਾ। ਕਿਹੋ ਜਿਹਾ ਦਾ ਭਾਵ ਇਹ ਨਹੀਂ ਵੀ ਕੁਐਸਚਨ ਕੀਤਾ ਜਾ ਰਿਹਾ ਵੀ ਇਹ ਅਕਾਲ ਪੁਰਖ ਵਾਹਿਗੁਰੂ ਤੇਰਾ ਉਹ ਪਤਾ ਨਹੀਂ ਦਰ ਕਿਹੋ ਜਿਹਾ ਹੋਏਗਾ, ਘਰ ਕਿਹੋ ਜਿਹਾ ਹੋਏਗਾ, ਜਿੱਥੇ ਬਹਿ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ। ਨਹੀਂ, ਕਿਹਾ ਦਾ ਮਤਲਬ ਹੈ ਹੈਰਾਨੀਜਨਕ ਗੱਲ। ਜਿਵੇਂ ਅਸੀਂ ਕਹਿ ਦਿੰਦੇ ਨਾ ਵੀ ਕਿਆ ਬਾਤ ਹੈ, ਆਮ ਭਾਸ਼ਾ ਵਿੱਚ ਅਸੀਂ ਕਿਸੇ ਹੈਰਾਨੀਜਨਕ ਗੱਲ ਨੂੰ ਵੇਖੀਏ, ਕੋਈ ਬੜੀ ਅਚੰਭੇ ਵਾਲੀ ਗੱਲ ਸੁਣੀਏ, ਤਾਂ ਅਸੀਂ ਆਖਦੇ ਹਾਂ ਕਿਆ ਬਾਤ ਹੈ। ਹੁਣ ਕਿਆ ਸ਼ਬਦ ਜਿਹੜਾ ਹੈ ਉਹ ਸਵਾਲ ਨਹੀਂ ਹੈ, ਉਹ ਸਾਡੀ ਹੈਰਾਨੀ ਦਾ ਸੂਚਕ ਹੈ। ਕਿਆ ਸ਼ਬਦ ਜਦੋਂ ਅਸੀਂ ਵਰਤੇ ਹੈ ਨਾ, ਕਿਆ ਸ਼ਬਦ ਸਵਾਲ ਦੇ ਰੂਪ ਵਿੱਚ ਵੀ ਵਰਤਿਆ ਜਾਂਦਾ ਹੈ ਕਿ ਇਹ ਕਿਆ ਹੋ ਰਿਹਾ ਹੈ, ਕੀ ਹੋ ਰਿਹਾ ਹੈ।
ਪਰ ਜਦੋਂ ਅਸੀਂ ਕਿਆ ਸ਼ਬਦ ਹੈਰਾਨੀ ਚੋਂ ਵਰਤਾਂਗੇ ਤੇ ਸਵਾਲ ਨਹੀਂ ਹੋਵੇਗਾ, ਸਾਡੀ ਹੈਰਾਨੀ ਨੂੰ ਪ੍ਰਗਟ ਕਰਦਾ। ਇੱਥੇ ਕਿਹਾ ਸ਼ਬਦ ਦਾ ਅਰਥ ਇਹ ਨਹੀਂ ਵੀ ਕਿਹੋ ਜਿਹਾ, ਸਵਾਲ ਨਹੀਂ ਹੋ ਰਿਹਾ। ਇੱਥੇ ਕਿਹਾ ਸ਼ਬਦ ਦਾ ਅਰਥ ਹੈ ਵਾਹਿਗੁਰੂ ਕਿੰਨਾ ਹੈਰਾਨੀ ਜਨਕ ਹੈ ਤੇਰਾ ਘਰ, ਕਿੰਨਾ ਹੈਰਾਨੀ ਜਨਕ ਹੈ ਤੇਰਾ ਦਰ। ਉਹ ਕੀ ਏ, ਜਿਤ ਬਹਿ ਸਰਬ ਸੰਭਾਲੇ, ਜਿੱਥੇ ਬਹਿ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ। ਤੇਰਾ ਉਹ ਘਰ, ਤੇਰਾ ਉਹ ਦਰ ਬੜਾ ਹੈਰਾਨੀ ਭਰਿਆ, ਬੜਾ ਅਚਰਜ ਏ। ਮੈਂ ਵੀ ਸਮਾਧ ਵਿੱਚ ਆ, ਉਹਨੂੰ ਵੇਖ ਕੇ, ਉਹਨੂੰ ਮਹਿਸੂਸ ਕਰਕੇ। ਤੇ ਉਹ ਕਿਹੜਾ? ਸਤਿਗੁਰੂ ਅੱਗੇ ਸਾਰੇ ਸ਼ਬਦ ਵਿੱਚ ਇਸ ਗੱਲ ਦਾ ਜ਼ਿਕਰ ਬਿਆਨ ਕਰਦੇ ਨੇ, ਔਰ ਸਾਰੇ ਸ਼ਬਦ ਵਿੱਚ ਕੁਦਰਤ ਦਾ ਜ਼ਿਕਰ ਹੈ। ਜਿਹਨੂੰ ਮਹਾਰਾਜ ਕਹਿੰਦੇ ਗਾਵਨ ਤੁਧਨੋਂ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ। ਇਹ ਸਾਰਾ ਬ੍ਰਹਿਮੰਡ ਦਾ ਪਸਾਰਾ, ਇਹ ਜੀਵ ਜੰਤ, ਜਿੱਥੇ ਅੱਗੇ ਜਾ ਕੇ ਆਖਿਆ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨੇ ਉਪਾਈ, ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ। ਇਹ ਸਾਰੇ ਸ਼ਬਦ ਨੂੰ ਬੜੇ ਗੌਰ ਨਾਲ ਪੜ੍ਹੀਏ ਤੇ ਸਮਝ ਆ ਜਾਂਦੀ ਵੀ ਰੱਬ ਦਾ ਉਦਾਰ ਉਹ ਘਰ ਜਿਹਦੇ ਤੋਂ ਗੁਰੂ ਨਾਨਕ ਸਾਹਿਬ ਸਦਕੇ ਬਲਿਹਾਰ ਜਾਂਦੇ ਨੇ। ਉਹ ਕਿਸੇ ਖਾਸ ਇੱਟਾਂ ਦੀ ਚਣਾਈ ਵਾਲੇ ਮਹਿਲ ਜਾਂ ਕਿਲੇ ਨੂੰ ਨਹੀਂ ਕਹਿ ਰਹੇ, ਜਾਂ ਉਹ ਰੱਬ ਦਾ ਘਰ ਕਿਸੇ ਖਾਸ ਦਿਸ਼ਾ ਵਿੱਚ ਜਾਂ ਕਿਸੇ ਆਕਾਸ਼ ਉੱਤੇ ਨਹੀਂ ਬਣਿਆ। ਉਹ ਰੱਬ ਦਾ ਘਰ ਇਹ ਸਾਰੀ ਮਨੁੱਖਤਾ ਹੈ, ਜਿਹਨੂੰ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ। ਹਜ਼ੂਰ ਕਹਿਣ ਲੱਗੇ ਇਹ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਇਹ ਸਾਰਾ ਜਗ, ਜਗ ਦਾ ਅਰਥ ਸਾਰਾ ਬ੍ਰਹਿਮੰਡ, ਸਾਰੀ ਹੋਂਦ ਮਨੁੱਖੀ ਜਿਹੜੀ ਹੈ, ਜੀ ਜੰਤੂ ਨੇ, ਇਹ ਸਾਰਾ ਪਸਾਰਾ ਜਿਹੜਾ ਹੈ ਜਗ ਸੱਚੇ ਕੀ ਹੈ ਕੋਠੜੀ। ਔਰ ਸ਼ਬਦ ਬੜਾ ਕੀਮਤੀ ਵਰਤਿਆ ਮਹਾਰਾਜ ਨੇ ਮੁਬਾਰਕ ਬਾਣੀ ਦੇ ਅੰਦਰ। ਆਖਦੇ ਨੇ ਸਤਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ ਤੇਰਾ ਵਾਸ ਇਸ ਸਮੁੱਚੇ ਸੰਸਾਰ ਦੇ ਵਿੱਚ ਹੈ, ਤੂੰ ਇਹਦੇ ਵਿੱਚ ਰਹਿਣਾ ਹੈ। ਲੋਕ ਤੈਨੂੰ ਖਾਸ ਦਿਸ਼ਾ ਵਿੱਚ ਲੱਭਦੇ ਨੇ, ਜਿਹਨੂੰ ਮਹਾਰਾਜ ਨੇ ਬਾਣੀ ਦੇ ਵਿੱਚ ਆਖਿਆ ਹੈ ਨਾ ਕਿ ਦੱਖਣ ਦੇਸ਼ ਹਰੀ ਕਾ ਬਾਸਾ ਪੱਛਮ ਅੱਲਾ ਮੁਕਾਮਾ। ਪਰ ਗੁਰੂ ਸਾਹਿਬ ਨੇ ਅੱਗੇ ਕਿਹਾ, ਕਬੀਰ ਸਾਹਿਬ ਜੀ ਨੇ ਕਹਿੰਦੇ ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮੁਕਾਮਾ। ਕਹਿਣ ਲੱਗੇ ਵੀ ਕੋਈ ਬੰਦਾ ਨਾ ਦੱਖਣ ਵੱਲ ਨੂੰ ਸਜਦਾ, ਕਹਿੰਦਾ ਇੱਧਰ ਰੱਬ ਦਾ ਘਰ ਹੈ, ਰੱਬ ਤੇ ਇਸ ਦਿਸ਼ਾ ਵਿੱਚ। ਕਿਸੇ ਨੇ ਆਖਿਆ ਨਹੀਂ ਪੱਛਮ ਦਿਸ਼ਾ ਵਿੱਚ, ਉਹ ਉਧਰ ਨੂੰ ਸਜਦਾ ਕਰਦਾ। ਮਹਾਰਾਜ ਆਖਦੇ ਨੇ ਮੁਬਾਰਕ ਬਾਣੀ ਅੰਦਰ, ਕਹਿੰਦੇ ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮੁਕਾਮਾ। ਉਸ ਨੂੰ ਆਪਣੇ ਅੰਦਰ ਦਿਲ ਵਿੱਚ ਝਾਤ ਮਾਰ ਕੇ ਵੇਖਣ ਦੀ ਕੋਸ਼ਿਸ਼ ਕਰੋ। ਅਸਲ ਥਾਂ ਤਾਂ ਉਹਦਾ ਤੁਹਾਡੇ ਅੰਦਰ ਹੀ ਹੈ, ਅਸਲ ਤਾਂ ਉਹ ਤੁਹਾਡੇ ਅੰਦਰ ਹੀ ਵਸਿਆ। ਤੁਸੀਂ ਬਾਹਰ ਤੇ ਸਿਜਦੇ ਕਰ ਲੈ। ਇਹ ਜਿਹੜਾ ਕਹਿੰਦਾ ਦੱਖਣ ਵਿੱਚ ਹੈ ਨਾ, ਉਹਦੀ ਗੱਲ ਪੱਛਮ ਵਾਲਾ ਨਹੀਂ ਮੰਨਦਾ, ਤੇ ਜਿਹੜਾ ਕਹਿੰਦਾ ਪੱਛਮ ਵਿੱਚ ਉਹਦੀ ਗੱਲ ਦੱਖਣ ਵਾਲਾ, ਉਹ ਕਹਿੰਦਾ ਨਹੀਂ ਆਪਣੇ ਮਤ ਭੇਦ ਨੇ। ਤੂੰ ਕਹਿੰਦਾ ਇੱਧਰ ਰਹਿੰਦੇ, ਉਹ ਤਾਂ ਇੱਧਰ ਰਹਿੰਦਾ। ਪਰ ਗੁਰੂ ਨੇ ਆਖਿਆ ਝੰਜਟ ਹੀ ਕਾਹਦਾ, ਉਹ ਤਾਂ ਸਾਰੀਆਂ ਥਾਵਾਂ ਦੇ ਉੱਤੇ ਹੈ ਨਾ। ਉਹ ਪੱਛਮ ਵਿੱਚ ਵੀ, ਉਹ ਦੱਖਣ ਵਿੱਚ ਵੀ, ਉਹ ਪੂਰਬ ਵਿੱਚ ਵੀ ਹੈ, ਉਹ ਉੱਤਰ ਵਿੱਚ ਵੀ ਹੈ। ਇਸ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੁਬਾਰਕ ਬਾਣੀ ਵਿੱਚ ਆਖਦੇ ਨੇ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਈ। ਤੋ ਭੁਲੇਖੇ ਬਣ ਗਏ। ਕਹਾਣੀਆਂ ਸੁਣਾਉਣ ਵਾਲਿਆਂ ਨੇ ਰੱਬ ਦੇ ਨਾਂ ਤੇ, ਧਰਮ ਦੇ ਨਾਂ ਤੇ ਉਲਝਣ ਵਧਾ ਦਿੱਤੀ। ਜਿਹੜੀ ਘਟਣੀ ਚਾਹੀਦੀ ਸੀ ਉਲਝਣ ਇਉਂ ਵੱਧ ਗਈ ਵੀ ਕਿਸੇ ਨੇ ਸੋਚਿਆ ਵੀ ਰੱਬ ਤੇ ਉੱਤੇ ਆਕਾਸ਼ ਉੱਤੇ ਰਹਿੰਦਾ। ਇਸ ਕਰਕੇ ਜਦੋਂ ਅਸੀਂ ਰੱਬ ਦੀ ਗੱਲ ਕਰਦੇ ਨਾ, ਆਪਣੇ ਦਿਲ ਤੇ ਹੱਥ ਰੱਖਣ ਦੀ ਬਜਾਏ ਅਸੀਂ ਤਾਂ ਨੂੰ ਮੂੰਹ ਚੁੱਕ ਲੈਂਦੇ ਹਾਂ ਵੀ ਰੱਬ ਵੇਖ ਰਿਹਾ। ਭਾਈ ਰੱਬ ਉਤੋਂ ਵੇਖ ਰਿਹਾ। ਅਸੀਂ ਅੱਜ ਤੱਕ ਇਹੀ ਸਾਡਾ ਇੱਕ ਰੁਝਾਨ ਜਿਹਾ ਬਣ ਗਿਆ ਵੀ ਰੱਬ ਤੇ ਤਾਂ ਰਹਿੰਦਾ, ਇੱਥੇ ਤਾਂ ਹੈ ਹੀ ਨਹੀਂ ਉਹ। ਤੇ ਜੇ ਇੱਥੇ ਤੇ ਇੱਥੇ ਉਹਦਾ ਅਸੀਂ ਘਰ ਬਣਾਇਆ ਹੋਇਆ, ਇੱਕ ਬਿਲਡਿੰਗ ਬਣਾਈ, ਉਹਨੂੰ ਅਸੀਂ ਕਹਿੰਦੇ ਰੱਬ ਦਾ ਘਰ ਹੈ, ਬਾਕੀ ਸਾਰੀ ਦੁਨੀਆ ਰੱਬ ਤੋਂ ਖਾਲੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਖਦੇ ਨੇ, ਕਹਿਣ ਲੱਗੇ ਸੱਚ ਸਭਾ। ਸਭਾ ਦਾ ਅਰਥ ਹੈ ਤੇਰਾ ਦਰਬਾਰ। ਹੁਣ ਰੱਬ ਦਾ ਦਰਬਾਰ ਕਿੰਨਾ ਕੁ ਵੱਡਾ ਹੈ। ਮਹਾਰਾਜ ਕਹਿੰਦੇ ਨੇ ਵੱਡੀ ਹੂੰ ਵੱਡਾ ਪਾਰ ਤੇਰਾ ਮਰਤਬਾ, ਤੇਰਾ ਰੁਤਬਾ ਬਹੁਤ ਉੱਚਾ ਹੈ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਤੇਰਾ ਇਹ ਸਮੁੱਚਾ ਸੰਸਾਰ ਰੂਪੀ ਦਰਬਾਰ। ਇੱਕ ਗੱਲ ਹੋਰ ਬੜੀ ਕੀਮਤੀ ਮਹਾਰਾਜ ਨੇ ਆਖੀ, ਕਹਿਣ ਲੱਗੇ ਬੰਦਿਆ ਤੇਰਾ ਜਿਹੜਾ ਹਿਰਦਾ ਹੈ ਨਾ, ਇਹਦੇ ਵਿੱਚ ਅਕਾਲ ਪੁਰਖ ਵਸਦਾ, ਇਹ ਉਹਦਾ ਤਖਤ ਹੈ, ਇਹਦੇ ਉੱਤੇ ਉਹ ਬੈਠਾ ਹੋਇਆ। ਅੰਦਰ ਰਾਜਾ ਤਖਤ ਹੈ, ਆਪੇ ਕਰੇ ਨਿਆਉ। ਤੇਰੇ ਹਿਰਦੇ ਦੇ ਤਖਤ ਉੱਤੇ ਉਹ ਰਾਜਾ ਅਕਾਲ ਪੁਰਖ ਸੁਭਾਏਮਾਨ ਹੈ, ਤੇ ਆਪ ਹੀ ਉਹ ਨਿਆਂਕਾਰੀ ਹੈ। ਨਿਆਂ ਕਰਨ ਵਾਲਾ ਵੀ ਉਹ ਖੁਦ ਹੈ।
ਬੈਠਾ ਨਿਆਂ ਕਰਦਾ, ਨਿਰਣੇ ਕਰਦਾ ਤੇਰੇ ਕਰਮਾਂ ਦੇ। ਤੂੰ ਇਹ ਨਾ ਸੋਚੀ ਤੈਨੂੰ ਜ਼ਰੂਰ ਕਿਸੇ ਪੁਜਾਰੀ ਨੇ ਦੱਸ ਦਿੱਤਾ ਹੋਏਗਾ ਵੀ ਚਿੱਤਰ ਹੈ, ਗੁਪਤ ਹੈ, ਦੋਵੇਂ ਹੀ ਤੇਰੇ ਲੇਖੇ ਲਿਖਦੇ ਨੇ। ਚਿੱਤਰ ਦਾ ਅਰਥ ਪੁਜਾਰੀਆਂ ਨੇ ਕੀਤਾ ਵੀ ਜਿਹੜੇ ਅਸੀਂ ਕੰਮ ਕਰ ਲੈਂਦੇ ਆ ਨਾ, ਚਿੱਤਰ ਦਾ ਅਰਥ ਪ੍ਰਗਟ ਹੋਏ ਕੰਮ, ਉਹ ਸਾਰੇ ਨੋਟ ਕਰਦਾ ਹੈ ਉਹ। ਗੁਪਤ ਦਾ ਭਾਵ ਹੈ ਜੋ ਸਾਡੇ ਅੰਦਰ ਹੈ, ਵੀ ਅਸੀਂ ਕੀਤਾ ਨਹੀਂ ਅਜੇ, ਸੋਚ ਰਹੇ ਹਾਂ, ਖਿਆਲਾਂ 'ਚ ਅੰਦਰ ਭਰੀ ਹੋਈ ਹੈ ਜੋ, ਉਹਨੂੰ ਨੋਟ ਕਰਦਾ ਹੈ। ਤੋ ਇਹ ਦੋ ਕਰਮਚਾਰੀ ਰੱਬ ਨੇ ਲਾਏ ਜਿਹੜੇ ਸਾਡੇ ਅੰਦਰ ਦੇ ਖਿਆਲ ਵਿਚਾਰ ਜੋ ਅੰਦਰ ਭਰਿਆ ਪਿਆ ਉਹ ਨੋਟ ਕਰਦੇ ਨੇ, ਜੋ ਅਸੀਂ ਬਾਹਰ ਵਿਹਾਰ ਕਰ ਲਿਆ, ਜਿਹਨੂੰ ਚਿਤਰਿਆ ਕਹਿੰਦੇ, ਚਿਤਰੇ ਹੋਏ ਕੰਮ ਉਹ ਵੀ ਨੋਟ ਕਰ ਲੈ। ਇਹ ਦੋਵੇਂ ਧਰਮਰਾਜ ਨੂੰ ਆਪਣੀ ਰਿਪੋਰਟ ਸੌਂਪਦੇ ਨੇ। ਇਹ ਤਾਂ ਬੰਦਾ ਇਹੋ ਜਿਹਾ, ਇਹਦੇ ਖਿਆਲ ਇਹੋ ਜਿਹੇ ਨੇ, ਇਹਦੇ ਕਰਮ, ਇਹਦਾ ਵਿਹਾਰ ਇਹੋ ਜਿਹਾ। ਪਰ ਗੁਰੂ ਨੇ ਵੇਖੋ ਸ਼ਬਦ ਕੀ ਵਰਤਿਆ, ਕਹਿੰਦੇ ਅੰਦਰ ਰਾਜਾ ਤਖਤ ਹੈ ਆਪੇ ਕਰੇ ਨਿਆਂ। ਹਿਰਦੇ ਦੇ ਤਖਤ ਉੱਤੇ ਬੈਠਾ ਉਹ ਆਪ ਹੀ ਤੇਰੇ ਨਿਆਂ ਕਰਨ ਵਾਲਾ ਹੈ। ਉਹਨੂੰ ਕਿਸੇ ਕਰਮਚਾਰੀ ਦੀ ਲੋੜ ਨਹੀਂ, ਕਿਸੇ ਅਮਲੇ ਫੈਲੇ ਨੌਕਰ ਚਾਕਰਾਂ ਦੀ ਜ਼ਰੂਰਤ ਨਹੀਂ, ਕਰਿੰਦਿਆਂ ਦੀ ਲੋੜ ਨਹੀਂ, ਉਹ ਆਪ ਹੀ ਨਿਆਂ ਕਰਦਾ ਹੈ। ਔਰ ਸਤਿਗੁਰੂ ਆਖਦੇ ਘਰਦਾਰ ਉਹਦਾ ਘਰ ਤੇਰਾ ਹਿਰਦਾ, ਤੈਨੂੰ ਜਾਣਿਆ ਪਤਾ ਕਿਵੇਂ ਜਾ ਸਕਦਾ ਹੈ? ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ। ਇਸ ਕਰਕੇ ਮਹਾਰਾਜ ਆਖਦੇ ਗੁਰੂ ਨੇ ਸੁਝਾਅ ਦਿੱਤਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਇਹ ਗੁਰ ਗਿਆਨ ਬਤਾਈ ਦਾ ਮਤਲਬ ਹੈ ਵੀ ਗੁਰੂ ਨੇ ਇਹ ਸੋਝੀ ਦਿੱਤੀ ਵੀ ਉਹ ਅਕਾਲ ਪੁਰਖ ਤੇਰੇ ਬੰਦਿਆਂ ਅੰਦਰ ਏ, ਉਹਨੂੰ ਮਹਿਸੂਸ ਕਰੇਗਾ ਤੇ ਰੱਬ ਵਾਲਾ ਬਣ ਕੇ ਤੁਰਿਆ ਜਾਏਗਾ। ਨਹੀਂ ਤੇ ਐਵੇਂ ਥਾਂ ਪੁਰ ਥਾਂ ਸਿਜਦੇ ਕਰੇਗਾ ਵੀ ਰੱਬ ਉਸ ਦਿਸ਼ਾ 'ਚ, ਇਸ ਦਿਸ਼ਾ 'ਚ। ਲੋਕ ਰੱਬ ਦੇ ਨਾਂ ਤੇ ਹੀ ਉਲਝ ਪਏ ਨੇ, ਝਗੜ ਪਏ ਨੇ, ਫੈਸਲਾ ਨਹੀਂ ਹੋ ਸਕਿਆ ਅਜੇ ਤੱਕ ਇਸ ਗੱਲ ਦਾ ਕੋਈ। ਗੁਰੂ ਨੇ ਜਿਹੜਾ ਤਰੀਕਾ ਸੁਝਾਇਆ ਵੀ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ। ਆਪਣੇ ਆਪ ਨੂੰ ਸਮਝਣ ਤੇ ਪਛਾਣਨ ਤੋਂ ਬਿਨਾਂ ਇਹ ਭਰਮ ਟੁੱਟਦੇ ਹੀ ਨਹੀਂ, ਬੰਦੇ ਦੇ ਬਣਦੇ ਨੇ, ਹੋਰ ਪੀੜੇ ਹੋ ਜਾਂਦੇ। ਪੁਜਾਰੀ ਇਹਨਾਂ ਨੂੰ ਹੋਰ ਪੱਕਾ ਕਰੀ ਜਾਂਦੇ ਨੇ ਭਰਮਾਂ ਨੂੰ, ਔਰ ਮੁਆਫ ਕਰਦੇ ਨਾ ਸਾਰਾ ਕੁਝ ਨਾ, ਜਿੰਨਾ ਵੀ ਜੰਜਾਲ ਏ ਇਹ ਸਾਰਾ ਕੁਝ ਪੁਜਾਰੀਆਂ ਨੇ ਆਪ ਹੀ ਪੈਦਾ ਕਰ ਲਿਆ ਤੇ ਆਪ ਹੀ ਇਹ ਜਾਲ ਬੁਣ ਲਿਆ। ਹੁਣ ਆਪ ਫਸੇ ਵੀ ਪਏ ਨੇ ਔਰ ਮਨੁੱਖਤਾ ਨੂੰ ਵੀ ਚੰਗੀ ਤਰ੍ਹਾਂ ਇਹਦੇ ਵਿੱਚ ਜਕੜਿਆ ਪਿਆ। ਇਹ ਸਭ ਮਾਇਆ ਜਾਲ ਏ ਕਿਸਮ, ਜੋ ਉਹਨੂੰ ਚੰਗਾ ਲੱਗਿਆ ਉਹਨੇ ਰੱਬ ਦੇ ਨਾਂ ਤੇ ਪ੍ਰਚਾਰ ਦਿੱਤਾ ਇਹ ਰੱਬ ਦਾ ਘਰ ਹੈ, ਰੱਬ ਦਾ ਘਰ ਹੈ। ਸਤਿਗੁਰੂ ਗੁਰੂ ਅੰਗਦ ਸਾਹਿਬ ਕਹਿੰਦੇ ਇਹ ਜਗ ਸੱਚੈ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ। ਤੋ ਗੁਰੂ ਮਹਾਰਾਜ ਬਾਣੀ ਦੇ ਵਿੱਚ ਇਹ ਸ਼ਬਦ ਵਰਤਦੇ ਨੇ। ਹਜ਼ੂਰ ਆਖਦੇ ਨੇ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹ ਨੇਚਲ ਚੌਰ ਛਤ। ਤੂੰ ਪਾਤਸ਼ਾਹਾਂ ਦਾ ਪਾਤਸ਼ਾਹ, ਭਾਵ ਸਭ ਤੋਂ ਸ਼੍ਰੋਮਣੀ ਹੈ। ਨੇਚਲ ਦਾ ਅਰਥ ਹੈ ਚਲਾਏਮਾਨ ਨਹੀਂ, ਨਾਸ਼ ਨਹੀਂ ਹੁੰਦਾ। ਤੇਰੇ ਜਿਹੜੇ ਸ਼ਾਹੀ ਚਿੰਨ ਨੇ ਨਾ ਉਹ ਸਦੀਵ ਕਾਲ ਨੇ। ਤੇਰੀ ਬਾਦਸ਼ਾਹਤ ਹਮੇਸ਼ਾ ਹੀ ਹੈ। ਜਿਹਨੂੰ ਭਗਤ ਕਬੀਰ ਸਾਹਿਬ ਜੀ ਨੇ ਆਖਿਆ ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਕਹਿੰਦੇ ਉਹਦੇ ਸਮਾਨ ਕੋਈ ਰਾਜਾ ਨਹੀਂ। ਇਹ ਬਾਕੀ ਸੰਸਾਰ ਦੇ ਜਿਤਨੇ ਰਾਜੇ ਬਾਦਸ਼ਾਹਤਾਂ ਹਕੂਮਤਾਂ, ਜਿਨ੍ਹਾਂ ਨੂੰ ਤਾਂ ਗੁਰੂ ਅਰਜਨ ਸਾਹਿਬ ਕਹਿੰਦੇ ਸ੍ਰੀ ਰਾਗ ਦੇ ਸ਼ਬਦ ਅੰਦਰ ਕਿ ਇਹ ਮਨ ਬਿਲਾਸ ਬਹੁ ਰੰਗ ਘਣਾ, ਦ੍ਰਿਸ਼ਟ ਭੂਲ ਖੁਸ਼ੀਆਂ ਛਤਰ ਧਾਰ ਬਾਦਸ਼ਾਹੀਆਂ ਵਿੱਚ ਸੰਸੇ ਪਰੀਆਂ। ਮਹਾਰਾਜ ਕਹਿੰਦੇ ਤਾਂ ਸਹਿਮ ਵਿੱਚ ਨੇ, ਖਤਰੇ ਵਿੱਚ ਨੇ ਸਾਰੀਆਂ। ਔਰ ਇੱਕ ਗੱਲ ਦਾ ਖਿਆਲ ਰੱਖੀਏ, ਜਿਹੜੀ ਗੱਲ ਗੁਰਬਾਣੀ ਨੇ ਆਖੀ ਹੈ ਨਾ ਵੀ ਉਸ ਅਕਾਲ ਪੁਰਖ ਵਾਹਿਗੁਰੂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਔਰੰਗਜ਼ੇਬ ਨੂੰ ਪੱਤਰਕਾ ਲਿਖਦੇ ਨੇ ਤਾਂ ਉਸ ਵਿੱਚ ਵਿਦਵਾਨਾਂ ਨੇ ਇਹ ਜ਼ਿਕਰ ਕੀਤਾ ਹੈ ਵੀ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਇਹ ਜ਼ਿਕਰ ਕੀਤਾ, ਲਿਖ ਕੇ ਭੇਜਿਆ ਹੈ, ਔਰੰਗਜ਼ੇਬ ਤੇਰੇ ਕੋਲ ਦੁਨੀਆ ਦੀ ਬੇਸ਼ੁਮਾਰ ਤਾਕਤ ਹੈ, ਤੇਰੇ ਕੋਲ ਤੇਰਾ ਹੁਕਮ ਮੰਨਣ ਵਾਲੇ ਕਰਿੰਦੇ ਨੇ, ਤੂੰ ਫੌਜਾਂ ਦਾ ਮਾਲਕ ਹੈ, ਕਿਲਿਆਂ ਦਾ ਮਾਲਕ ਹੈ, ਤੇਰੇ ਕੋਲ ਪੂਰੀ ਤਾਕਤ ਹੈ ਇਸ ਵੇਲੇ। ਪਰ ਮੇਰੇ ਕੋਲ ਕੀ ਹੈ? ਨਾ ਤਖਤੋ ਨਾ ਤਾਜੋ ਨਾ ਫੌਜੋ ਨਾ ਫਰਸ਼। ਨਾ ਮੇਰੇ ਕੋਲ ਤਖਤ ਹੈ, ਨਾ ਤਾਜ, ਬਾਦਸ਼ਾਹੀ ਚਿੰਨ ਨਹੀਂ, ਨਾ ਫੌਜਾਂ ਨੇ, ਨਾ ਕਿਲੇ ਨੇ, ਨਾ ਦੁਰਗ ਨੇ। ਪਰ ਹਾਂ ਮੇਰੇ ਕੋਲ ਇੱਕ ਤਾਕਤ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਬਖਸ਼ਿਆ ਸਿਦਕ ਔਰ ਉਹਦੇ ਉੱਤੇ ਪੂਰਨ ਈਮਾਨ। ਮੈਂ ਚਾਹੁੰਦਾ ਤੂੰ ਕਦੇ ਪੰਜਾਬ ਦੀ ਧਰਤ ਤੇ ਪੈਰ ਰੱਖੇ, ਮੈਂ ਤੇਰੇ ਪੈਰਾਂ ਥੱਲੇ ਇਹੋ ਜਿਹੇ ਭਾਂਬੜ ਬਾਲ ਦਿਆਂਗਾ ਵੀ ਤੇਰਾ ਇਸ ਜਗ੍ਹਾ ਦੇ ਉੱਤੇ ਇੱਕ ਪੈਰ ਵੀ ਟਿਕਣਾ ਔਖਾ ਹੋ ਜਾਏਗਾ। ਔਰ ਹੈਰਾਨੀ ਦੀ ਬਾਤ ਇਹ ਹੈ, ਇਹ ਪੱਤਰਕਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਸੇ ਗੁੱਸੇ ਨਾਲ ਨਹੀਂ ਲਿਖੀ, ਕਿਸੇ ਖਿਝ ਨਾਲ ਨਹੀਂ ਲਿਖੀ। ਇਹ ਪੱਤਰਕਾ ਜੋ ਲਿਖੀ ਗਈ ਵਿਦਵਾਨਾਂ ਦੀ
ਕਥਨੀ ਦੇ ਮੁਤਾਬਕ ਇਹਦਾ ਨਾਮ ਹੈ ਜ਼ਫਰਨਾਮਾ। ਜ਼ਫਰ ਕਹਿੰਦੇ ਨੇ ਫਾਰਸੀ ਦੇ ਵਿੱਚ ਜਿੱਤ ਨੂੰ, ਜਿੱਤ ਦੀ ਚਿੱਠੀ, ਫਤਿਹ ਦੀ ਚਿੱਠੀ। ਹੁਣ ਗੌਰ ਕਰਨਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ 5 ਕਿਲੇ ਜਿੱਥੇ ਉਹ ਸਾਰੇ, ਉਹ ਆਨੰਦਪੁਰ ਸਾਹਿਬ ਕਿੰਨਾ ਖੇੜੇ ਭਰਿਆ। ਉਹਦੇ ਕਵੀਆਂ ਨੇ ਬੜੇ ਸੋਹਲੇ ਗਾਏ ਨੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਨਗਰ ਦੇ। ਜਦੋਂ ਉਹਨਾਂ ਨੇ ਵੇਖਿਆ, ਅੱਖੀਂ ਵੇਖਣ ਵਾਲੇ ਕਵੀਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਉਸ ਬੜੇ ਸੁੰਦਰ ਨਗਰ ਦੀ ਗੱਲ ਆਪਣੀਆਂ ਕਵਿਤਾਵਾਂ ਤੇ ਲਿਖਤਾਂ ਵਿੱਚ ਕੀਤੀ। ਉਹ ਆਨੰਦਪੁਰ ਸਾਹਿਬ ਉਜੜ ਚੁੱਕਿਆ, ਹਜ਼ੂਰ ਦਾ ਪਰਿਵਾਰ ਖੇਰੂ ਖੇਰੂ ਹੋ ਚੁੱਕਿਆ, 4 ਪੁੱਤਰ ਸ਼ਹੀਦ ਹੋ ਗਏ ਨੇ। ਗਰੀਬ ਨਵਾਜ ਮਹਾਰਾਜ ਦੀ ਮਾਤਾ ਸ਼ਹਾਦਤ ਦਾ ਜਾਮ ਪੀ ਚੁੱਕੀ ਏ। ਸਤਿਗੁਰੂ ਮਹਾਰਾਜ ਦੇ ਜਾਨ ਤੋਂ ਪਿਆਰੇ ਸਿੱਦਕੀ ਬੜੇ ਹੀ ਕੀਮਤੀ ਹੀਰੇ ਸਿੱਖ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਨੇ। ਬੜੇ ਵੱਡੇ ਭਿਅੰਕਰ ਖੂਨੀ ਦੌਰ ਵਿੱਚੋਂ, ਘੱਲੂਘਾਰੇ ਚੋਂ ਨਿਕਲ ਕੇ ਗਰੀਬ ਨਵਾਜ ਮਹਾਰਾਜ ਇਹ ਚਿੱਠੀ ਲਿਖ ਰਹੇ ਨੇ। ਇਹ ਚਿੱਠੀ ਭੇਜੀ ਹੈ, ਲਿਖੀ ਹੈ ਮਹਾਰਾਜ ਨੇ ਦੀਨੇ ਕਾਂਗੜ ਤੋਂ। ਪਰ ਗੌਰ ਕਰਨਾ, ਇਸ ਚਿੱਠੀ ਦਾ ਨਾਮ ਰੱਖਿਆ ਗਿਆ ਹੈ ਜਿੱਤ ਦੀ ਚਿੱਠੀ, ਫਤਿਹ ਦੀ ਚਿੱਠੀ, ਜ਼ਫਰਨਾਮਾ। ਹਜ਼ੂਰ ਮਹਾਰਾਜ ਨੇ ਇੰਨਾ ਕੁਝ ਆਪਣਾ ਕੁਰਬਾਨ ਕੀਤਾ ਹੈ। ਇੱਕ ਪਾਸੇ ਤਾਕਤਵਰ ਧਿਰ ਖੜੀ ਹੈ, ਇੱਕ ਪਾਸੇ ਮੁੱਠੀ ਭਰ ਸਿੱਖਾਂ ਦੇ ਨਾਲ। ਮੈਨੂੰ ਅੱਲਾ ਯਾਰ ਖਾਂ ਜੋਗੀ ਇਹ ਮੁਸਲਮਾਨ ਹੋਇਆ, ਇਸਨੇ 2 ਨਜ਼ਮਾਂ ਲਿਖੀਆਂ ਸਨ। ਇੱਕ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਲਿਖੀ, ਉਹਦਾ ਨਾਂ ਇਸਨੇ ਰੱਖਿਆ ਗੰਜ ਸ਼ਹੀਦਾਂ, ਤੇ ਦੂਸਰੀ ਇੱਕ ਨਜ਼ਮ, ਵੱਡੀ ਨਜ਼ਮ ਕਹਿੰਦੇ ਨੇ ਉਰਦੂ ਚ ਲੰਮੀ ਕਵਿਤਾ ਨੂੰ, ਉਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਾਕੇ ਬਾਰੇ ਲਿਖੀ, ਉਹਦਾ ਨਾਂ ਹੈ ਸ਼ਹੀਦਾਨ ਵਫਾ। ਔਰ ਇੰਨੀਆਂ ਕੀਮਤੀ ਨੇ ਦੋਵੇਂ ਨਜ਼ਮਾਂ, ਜਿਸ ਢੰਗ ਨਾਲ ਉਹਨੇ ਚਮਕੌਰ ਦੇ ਹਾਲਾਤ ਬਿਆਨ ਕੀਤੇ ਨੇ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਸ ਸਮੁੱਚੀ ਬਹੁਤ ਵੱਡੇ ਘਟਨਾਕ੍ਰਮ ਨੂੰ, ਇਤਿਹਾਸ ਦੇ ਨੂੰ, ਜਿਸ ਦਾ ਜਜ਼ਬਾਤਾਂ ਨਾਲ ਔਰ ਜਿਸ ਭਾਵਨਾ ਨਾਲ ਉਹਨੂੰ ਬਿਆਨ ਕੀਤਾ ਹੈ, ਉਹ ਆਪਣੀ ਮਿਸਾਲ ਆਪ ਹੈ। ਉਹਦੀ ਕਿਸੇ ਨਾਲ ਤੁਲਨਾ ਕਰਨੀ ਵਾਜਬ ਹੀ ਨਹੀਂ। ਔਰ ਹੈਰਾਨੀ ਹੁੰਦੀ ਏ, ਸਾਡੇ ਘਰਾਂ ਦੇ ਅੰਦਰ ਐਰਾ ਗੈਰਾ ਸਾਹਿਤ ਬਹੁਤ ਪਿਆ ਹੈ। ਫੋਕਟ ਦੀਆਂ ਚੀਜ਼ਾਂ ਅਸੀਂ ਪੜ੍ਹਦੇ ਰਵਾਂਗੇ, ਮੈਗਜ਼ੀਨ ਚੁੱਕ ਕੇ ਵੇਖਦੇ ਰਵਾਂਗੇ, ਪਰ ਖਿਮਾ ਕਰ ਦੇਣਾ, ਇਹ ਨਜ਼ਮਾਂ ਅਸੀਂ ਪੜ੍ਹੀਆਂ ਹੀ ਨਹੀਂ ਅਜੇ ਤੱਕ। ਬਹੁਤ ਛੋਟੀਆਂ ਛੋਟੀਆਂ ਨੇ, ਦੋਵੇਂ ਹੀ ਕਵਿਤਾਵਾਂ ਬਹੁਤ ਲੰਮੀਆਂ ਨੇ, ਪਰ ਬੜੀਆਂ ਕੀਮਤੀ ਨੇ ਔਰ ਅਹਿਮੀਅਤ ਬੜੀ। ਇੱਕ ਮੁਸਲਮਾਨ ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ 4 ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦ੍ਰਿਸ਼ ਜੋ ਖਿੱਚਦਾ ਹੈ, ਜਿਸ ਭਾਵਨਾ ਨਾਲ ਉਹਨੇ ਗੱਲ ਲਿਖੀ। ਔਰ ਉਹਨੇ ਇੱਕ ਸ਼ਬਦ ਲਿਖਿਆ ਬੜਾ ਮਕਬੂਲ ਹੈ ਉਹਦਾ, करतार की सुगंध है नानक की कसम है, जितनी भी हो तारीफ गोबिंद की वो कम है। हर चंद मेरे हाथ में, हर चंद का अर्थ होंदा भले ही, मेरे हाथ च कलम है, मैं लिख रहा गुरु गोबिंद सिंह साहब बारे। हर चंद मेरे हाथ में पुरजोरे कलम है, लिख देण वाली समर्था है मेरे हाथ च कलम है, तो मैं लिख रहा, पर सतगुर के लिखूं वस्फ कहां ताबे रकम है। मैं हजूर दी शख्सियत ते उहदे गुण नूं पूर्ण रूप च लिख दियां, इन्नी समर्था ते अकल मेरे च किथे है? ये नहीं हो, कलम जरूर है मेरे हाथ च। और एक आंख से बुलबुला क्या लहर को देखे, साहिल को मंझधार को जा लहर को देखे। बड़े कीमती शब्द उन्हें वरते। गुरु गोबिंद सिंह साहब महाराज दे परथाए उन्हें लिखिया, वो लिखदा है, कहन लग्या है गुरु गोबिंद सिंह साहब महाराज जिस रण में लड़ा बेसरो समान लड़ा तू, 100 सिंह लिए लाखों पे जा जा के पड़ा तू। तुहानू जिस भी मैदान जंग अंदर लड़दिया होया वेखिया बेसरो समान, भाव तुहाडे कोल लोड़ींदियां चीजां ही नहीं सन, फिर भी तुसी लड़ रहे हो, फिर भी तुसी जूझ रहे हो धर्म लई, सच लई, मनुखी हक्कां लई, मजलूमां दे भले लई, लोकां दी आजादी लई, लोकां दे हकूकां लई, फिर भी तुसी जूझ रहे हो। तुहाडे कोल लोड़ींदी मात्रा दा कख भी नहीं। जिस रण में लड़ा बेसरो समान लड़ा तू, 100 सिंह लिए लाखों पे जा जा के पड़ा तू। गुरु साहब यही गल लिखते ने, कहंदे और रंग से मेरे कोल तेरे माप ते तोलदा ते कख भी नहीं, पर हां मेरे कोल उस खुदा दा भरोसा ते ईमान है जिहदे बल बूते दे उत्ते मेरा सिदक कायम है। इहो ही मेरी ताकत है, इहो ही मेरी समर्थ है। और सच्ची बात है जिस अकाल पुरख वाहिगुरू, ये जिहड़ा खालसा शब्द है ना, खालसा इस शब्द का मतलब है, असीं वैसे कई बार इहदे अर्थ खालस शुद्ध करते हैं,
ਪਰ ਖਾਲਸ ਸ਼ਬਦ ਦਾ ਅਰਥ ਹੈ ਜਿਹੜੀ ਮੁਗਲਾਂ ਦੇ ਰਾਜ ਕਾਲ ਦੇ ਸਮੇਂ ਇੱਕ ਜ਼ਮੀਨ ਹੁੰਦੀ ਸੀ, ਇੱਕ ਜਾਇਦਾਦ, ਜਿਹਦਾ ਪ੍ਰਬੰਧ ਗਵਰਨਰ ਨਹੀਂ ਸਨ ਕਰਦੇ। ਉਹ ਜ਼ਮੀਨ, ਉਹ ਜਾਇਦਾਦ ਸਿੱਧੀ ਸੈਂਟਰ ਗਵਰਨਮੈਂਟ ਦੇ ਅਧੀਨ ਹੁੰਦੀ ਸੀ, ਜਿਹਦੇ ਉੱਤੇ ਬਾਦਸ਼ਾਹੀ ਮਲਕੀਅਤ ਹੁੰਦੀ, ਉਹਨੂੰ ਸਟੇਟ ਨਹੀਂ ਸੀ ਵਰਤ ਸਕਦੀ। ਉਹਨੂੰ ਕਿਹਾ ਜਾਂਦਾ ਸੀ ਖਾਲਸਾ ਜ਼ਮੀਨ, ਖਾਲਸਾ ਜਾਇਦਾਦ। ਉਹਨੂੰ ਕਾਗਜ਼ਾਂ ਦੇ ਵਿੱਚ, ਸਰਕਾਰੀ ਕਾਗਜ਼ਾਂ 'ਚ ਉਹਨੂੰ ਖਾਲਸਾ ਲਿਖਿਆ ਜਾਂਦਾ ਸੀ। ਭਾਵ ਜਿਹਦੇ ਵਿਚਕਾਰ ਕੋਈ ਗਵਰਨਰ, ਕੋਈ ਸਿਪਾਹ ਸਲਾਰ, ਕੋਈ ਜਰਨੈਲ, ਕੋਈ ਜਗੀਰਦਾਰ, ਕੋਈ ਹੋਰ ਕਰਿੰਦਾ ਉਹਦੇ ਤੇ ਅਧਿਕਾਰ ਨਹੀਂ। ਉਹਦਾ ਸੰਬੰਧ ਸਿੱਧਾ ਉਸ ਜਾਇਦਾਦ ਦਾ, ਪ੍ਰਾਪਰਟੀ ਦਾ ਬਾਦਸ਼ਾਹ ਦੇ ਨਾਲ ਹੈ। ਉਹਦਾ ਫੈਸਲਾ ਬਾਦਸ਼ਾਹ ਕਰੇਗਾ, ਉਹਦੀ ਵਰਤੋਂ ਬਾਦਸ਼ਾਹ ਕਰੇਗਾ, ਉਹਦੇ ਤੇ ਹੋਰ ਕਿਸੇ ਸਟੇਟ ਦਾ ਅਧਿਕਾਰ ਕੋਈ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਿਹੜਾ ਖਾਲਸਾ ਸ਼ਬਦ, ਬਾਣੀ ਦੇ ਵਿੱਚ ਵੀ ਇਹ ਆਇਆ, ਕਬੀਰ ਸਾਹਿਬ ਨੇ ਵਰਤੇ, ਕਉ ਕਬੀਰ ਜਨ ਭਏ ਖਾਲਸੇ। ਇਹਦਾ ਅਰਥ ਹੈ ਵੀ ਜਨ ਜਿਹੜਾ ਉਹ ਸਿੱਧਾ ਅਕਾਲ ਪੁਰਖ ਦੀ ਰਜ਼ਾ 'ਚ, ਉਹਦੇ ਤੇ ਕੋਈ ਬੰਦਾ ਆਪਣੀ ਗੁਲਾਮੀ ਦੀ ਕਾਠੀ ਨਹੀਂ ਪਾ ਸਕਦਾ। ਅੱਜ ਤੇ ਅਸੀਂ ਬੰਦਿਆਂ ਦੇ ਗੁਲਾਮ ਹੋ ਗਏ ਨਾ, ਬੰਦਿਆਂ ਦੇ, ਮਨੁੱਖਾਂ ਦੇ ਅੱਗੇ ਮੱਥੇ ਟੇਕਦੇ ਆ, ਉਹਨਾਂ ਕੋਲੋਂ ਆਸ਼ੀਰਵਾਦ ਲੈਂਦੇ ਆ। ਵੈਸੇ ਨਾ ਆਸ਼ੀਰਵਾਦ ਬਾਰੇ ਇੱਕ ਸ਼ਬਦ ਮਹਾਰਾਜ ਨੇ ਬਾਣੀ 'ਚ ਵਰਤਿਆ, ਕਹਿੰਦੇ ਦੇਨ ਦੁਆਈ ਸੇ ਮਰੈ ਜਿਨ ਕੋ ਦੇਨ ਸਜਾਏ। ਜਿਹੜੇ ਦੁਆਵਾਂ ਦਿੰਦੇ ਨੇ ਨਾ ਤੁਹਾਨੂੰ, ਆਪ ਵੀ ਮਰ ਖੱਪ ਜਾਂਦੇ ਨੇ, ਤੇ ਜਿਹੜੇ ਦੁਆਵਾਂ ਲੈਂਦੇ ਨੇ ਟਾਈਮ ਵੇਸਟ ਕਰਦੇ, ਮਰ ਹੋ ਵੀ ਜਾਂਦੇ ਨੇ। ਐਵੇਂ ਇੱਕ ਪ੍ਰਪੰਚ ਜਿਹਾ ਰਚਿਆ। ਲੋਕ ਕਹਿੰਦੇ ਨੇ ਜੀ ਆਸ਼ੀਰਵਾਦ ਲੈ ਲਓ ਬਾਬੇ ਕੋਲੋਂ, ਜੇ ਬਾਬਾ ਸਿਰ ਤੇ ਹੱਥ ਰੱਖ ਦੇਵੇ ਤੇ ਅਰੋਗ ਰਹੀਦਾ, ਬਾਬਾ ਤੇ ਆਪ ਬਿਮਾਰੀ ਨਾਲ ਮਰਦਾ। ਹੁਣ ਤੁਸੀਂ ਅੰਦਾਜ਼ਾ ਲਾਓ, ਦੇਨ ਦੁਆਈ ਸੇ ਮਰੈ, ਕਿਉਂਕਿ ਬੰਦੇ ਦੇ ਅਲਫਾਜ਼ ਕੁਝ ਨਹੀਂ, ਕੁਦਰਤ ਨੂੰ ਚੇਂਜ ਕਰਨ ਦੀ ਕੋਈ ਤਾਕਤ ਨਹੀਂ ਰੱਖਦਾ। ਗੁਰੂ ਨਾਨਕ ਸਾਹਿਬ ਖੁਦ ਕਹਿੰਦੇ ਨੇ ਬਾਣੀ ਅੰਦਰ, ਉਹਦੀ ਰਜ਼ਾ ਵਿੱਚ ਹੀ ਜੀਵਿਆ ਜਾਏ ਤੇ ਠੀਕ ਹੈ। ਗੁਰੂ ਨਾਨਕ ਸਾਹਿਬ ਉਹਦੇ ਹੁਕਮ ਦੀ ਗੱਲ ਬਾਰ-ਬਾਰ ਕਰਦੇ ਨੇ। ਗੁਰੂ ਮਹਾਰਾਜ ਨੇ ਹੁਕਮ ਦਾ ਸਬਕ ਹੀ ਨਹੀਂ ਦਿੱਤਾ, ਹੁਕਮ ਨੂੰ ਜੀ ਕੇ ਵੀ ਵਿਖਾਇਆ ਹੈ, ਔਰ ਸਿੱਖ ਨੂੰ ਆਖਿਆ ਵੀ ਉਹਦੀ ਹੁਕਮ, ਉਹਦੀ ਰਜ਼ਾ ਵਿੱਚ ਹੀ ਰਾਜ਼ੀ ਰਹਿਣਾ ਸਭ ਤੋਂ ਜ਼ਿੰਦਗੀ ਦਾ ਸਕੂਨ ਤੇ ਸੁੱਖ ਆਨੰਦ ਇਹਦੇ ਵਿੱਚ ਹੈ। ਕਿਸੇ ਅੰਦਰ ਤਾਕਤ ਨਹੀਂ ਜਿਹੜਾ ਕੁਦਰਤ ਦੇ ਨਿਯਮਾਂ ਵਿੱਚ ਫੇਰ ਬਦਲ ਕਰ ਸਕੇ, ਇੰਟਰਫੇਅਰ ਕਰ ਸਕੇ, ਕੋਈ ਤਬਦੀਲੀ ਜਾਂ ਦਖਲਅੰਦਾਜ਼ੀ ਕਰ ਸਕੇ। ਇਹ ਤੇ ਸਾਡੇ ਭਰਮ ਨੇ। ਇੱਕ ਬੰਦਾ ਖੁਦਾ ਬਣ ਜਾਂਦਾ ਹੈ, ਬਾਕੀ ਸਭ ਉਹਦੇ ਮਗਰ ਮਗਰ ਤੁਰੇ ਜਾਂਦੇ ਨੇ। ਗੁਲਾਮੀ ਬੰਦਿਆਂ ਦੀ ਬੰਦਾ ਕਰ ਰਿਹਾ। ਇਸ ਕਰਕੇ ਖਾਲਸਾ ਸ਼ਬਦ ਜਿਹੜਾ ਵਰਤਿਆ ਕਬੀਰ ਸਾਹਿਬ ਨੇ, ਉਹਦੇ ਵਿੱਚ ਉਹ ਲਿਖਦੇ ਨੇ, ਕਉ ਕਬੀਰ, ਹੇ ਕਬੀਰ ਆਖ ਜਨ ਭਏ ਖਾਲਸੇ। ਵੀ ਰੱਬ ਦੇ ਪਿਆਰੇ ਸਿੱਧੇ ਰੱਬ ਦੀ ਹੀ ਮਲਕੀਅਤ ਹੁੰਦੇ ਨੇ। ਇਸੇ ਕਰਕੇ ਉਹਨਾਂ ਨੂੰ ਪਰਵਾਹ ਨਹੀਂ ਕਿਸੇ ਕੇਰੀ ਬਾਝ ਸੱਚੇ ਨਾ। ਉਹ ਕਿਸੇ ਦੀ ਪਰਵਾਹ ਨਹੀਂ ਕਰਦੇ, ਭਾਵ ਨਾ ਦੁੱਖ ਵਿੱਚ, ਨਾ ਸੁੱਖ ਵਿੱਚ, ਨਾ ਕਠਿਨਾਈਆਂ ਵਿੱਚ, ਨਾ ਉਲਝਣਾਂ ਵਿੱਚ, ਹਰ ਸਮੇਂ ਵਿੱਚ ਉਹਦੀ ਯਾਦ ਵਿੱਚ ਜਿਉਂਦੇ ਨੇ। ਰੰਗ ਹਸੈ ਰੰਗ ਰੋਵੈ ਚੁੱਪ ਭੀ ਕਰ ਜਾਹੇ, ਪਰਵਾਹ ਨਾਹੀ ਕਿਸੇ ਕੇਰੀ ਬਾਝ ਸੱਚੇ ਨਾ। ਨਾਹਦਾਰ ਤੇ ਖਸਮ ਵਾਹਿਗੁਰੂ ਅਕਾਲ ਪੁਰਖ ਰੱਬ। ਇਸ ਲਈ ਖਾਲਸਾ ਪਦ ਦਾ ਸ਼ਬਦ ਦਾ ਅਰਥ ਹੈ ਉਹ ਵਿਅਕਤੀ ਜਿਹੜਾ ਸਿੱਧਾ ਅਕਾਲ ਪੁਰਖ ਦੇ ਅਧੀਨ ਹੈ। ਬੰਦਾ ਉਹਨੂੰ ਆਪਣਾ ਗੁਲਾਮ ਨਹੀਂ ਬਣਾ ਸਕਦਾ, ਉਹ ਬੰਦਿਆਂ ਦੀ ਤਾਬੇਦਾਰੀ ਨਹੀਂ ਕਰਦਾ, ਉਹ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ 'ਚ ਰਾਜ਼ੀ ਰਹਿੰਦਾ, ਸਾਰੀ ਮਨੁੱਖਤਾ ਨੂੰ ਆਪਣਾ ਜਾਣਦਾ। ਇਸ ਕਰਕੇ ਹਜ਼ੂਰ ਨੇ ਐਸੇ ਸਾਜੇ ਤੇ ਸਵਾਰਿਆਂ ਹੋਇਆਂ ਨੂੰ ਇਹ ਸ਼ਬਦ ਦਿੱਤਾ ਸੀ, ਇਹ ਖਾਲਸਾ ਹਨ। ਤੇ ਮੁਆਫ ਕਰਨਾ, ਹੁਣ ਅੱਜ ਦੇ ਖਾਲਸੇ ਦਾ ਹਾਲ ਵੀ ਤੁਸੀਂ ਵੇਖ ਲਓ, ਆਪਾਂ ਸਾਰੇ ਹੀ ਉਹਦੇ 'ਚ ਆ, ਆਪਾਂ ਕਿਹੜੇ ਬਾਹਰ ਆ। ਮੜੀਆਂ ਤੇ ਖਾਲਸਾ ਮੱਥੇ ਟੇਕਦਾ ਹੈ, ਕਬਰਾਂ ਲਈ ਇਹ ਪੈਸੇ ਭੇਜਦਾ ਵੀ ਮੇਰੇ ਨਾਂ ਦਾ ਪੱਥਰ ਲਾ ਦਿਓ, ਕੈਨੇਡਾ ਦੇ ਡਾਲਰ ਪਹੁੰਚ ਜਾਣਗੇ। ਮੜੀਆਂ ਪੱਕੀਆਂ ਪੰਜਾਬ 'ਚ ਕਰੀ ਜਾਂਦਾ। ਜਿਉਂਦੇ ਲੋਕਾਂ ਦੀ ਧਰਤੀ ਮੁਰਦਾ ਘਾਟ ਬਣਾ ਛੱਡੀ। ਬੰਦਿਆਂ ਨੂੰ ਅਸੀਂ ਮੱਥੇ ਟੇਕਦੇ ਹਾਂ, ਤਸਵੀਰਾਂ ਨੂੰ ਅਸੀਂ ਸਿਰ ਝੁਕਾਉਂਦੇ ਹਾਂ, ਜੋਤਸ਼ੀਆਂ ਨੂੰ ਫੋਨ ਕਰਕੇ ਅਸੀਂ ਭਵਿੱਖ ਪੁੱਛਦੇ। ਖਾਲਸਿਆਂ ਵਾਲੀ ਕੋਈ ਕੁਆਲਿਟੀ ਰਹਿ ਗਈ ਹੈ ਸਾਡੇ 'ਚ? ਖਿਮਾ ਕਰ ਦੇਣਾ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਜੀਵਨ ਦਿੱਤਾ ਸੀ ਸਾਨੂੰ, ਜੋ ਸਿਧਾਂਤ ਦਿੱਤਾ, ਉਹ ਖੁਰ ਗਿਆ ਸਾਡੇ ਅੰਦਰੋਂ। ਬਸ ਨਾਮ ਇੱਕ ਲੇਬਲ ਲੱਗਾ ਰਹਿ ਗਿਆ, ਪਲੇਟ ਲੱਗੀ ਰਹਿ ਗਈ ਵੀ ਇਹ ਸਾਰੇ ਖਾਲਸੇ ਨੇ। ਕਰਮ ਅਸੀਂ ਜੋ ਮਰਜ਼ੀ ਕਰਦੇ ਰਹੀਏ, ਅੰਦਰ ਸਾਡੇ ਕੱਖ ਨਹੀਂ, ਖੋਖਲੇ ਆ ਅਸੀਂ ਪੂਰੀ ਤਰ੍ਹਾਂ ਨਾਲ। ਲਕਬ ਬਹੁਤ ਵੱਡਾ ਹੈ, ਭਾਂਡਾ ਬੜਾ ਛੋਟਾ ਹੈ, ਔਕਾਤ ਬੜੀ ਨੀਵੀਂ ਹੈ ਸਾਡੀ, ਕਰਮ ਬੜੇ ਅਸ਼ੁੱਧ ਨੇ ਸਾਡੇ। ਪਰ ਗੁਰੂ ਮਹਾਰਾਜ ਦਾ ਸ਼ਬਦ ਲਕਬ ਲੈ ਕੇ ਅਸੀਂ ਘੁੰਮ ਰਹੇ ਹਾਂ ਸੰਸਾਰ 'ਚ। ਅਸੀਂ ਖਾਲਸੇ ਹੁੰਨੇ ਆ, ਅਸੀਂ ਸਿੱਖ ਹੁੰਨੇ ਆ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਸਾਡੇ ਨਾਮ ਨਾਲ ਜੁੜਿਆ। ਨਾ ਅਸੀਂ ਆਪਣੇ ਬਾਰੇ ਸੋਚਿਆ ਤੇ ਨਾ ਗੁਰੂ ਦੀ ਸ਼ਾਨ ਬਾਰੇ ਸੋਚਿਆ, ਉਹਦੀ ਇੱਜ਼ਤ ਬਾਰੇ ਸੋਚਿਆ। ਇਹੋ ਜਿਹਾ ਕਰਮ ਹੈ ਸਾਡੇ ਸੁਭਾਅ 'ਚ। ਔਰ ਇਸ ਨੂੰ ਅਸੀਂ ਕੀ ਆਖਾਂਗੇ
ਇੰਨਾ ਵੱਡਾ ਜ਼ਬਰਦਸਤ ਧੱਕਾ ਹੈ, ਅਹਿਸਾਨ ਫਰਾਮੋਸ਼ੀ ਏ, ਅਕਿਰਤ ਘਣਤਾ ਹੈ, ਨਿਮਕ ਹਰਾਮੀ ਕਿਹਾ ਜਾ ਸਕਦਾ ਇਹਨੂੰ, ਵੀ ਗੁਰੂ ਹਜ਼ੂਰ ਨੇ ਜਿਹੜਾ ਜੀਵਨ ਸਾਨੂੰ ਦਿੱਤਾ ਉਸ ਤੋਂ ਅਸੀਂ ਕੋਹਾਂ ਦੂਰ ਚਲੇ ਗਏ। ਔਰ ਸਗੋਂ ਦੂਰ ਹੀ ਨਹੀਂ ਗਏ, ਸਿੱਖੀ ਦੀ ਬਰਬਾਦੀ ਦਾ ਕਾਰਨ ਵੀ ਅਸੀਂ ਲੋਕ ਹੀ ਹਾਂ। ਸਭ ਤੋਂ ਵੱਧ ਮੈਂ ਅਕਸਰ ਇਹ ਸ਼ਬਦ ਵਰਤਦਾ ਹੁੰਨਾ, ਸਿੱਖੀ ਨੂੰ ਬਰਬਾਦ ਕਰਨ ਵਿੱਚ ਅਸਾਂ ਸਿੱਖਾਂ ਨੇ ਸਭ ਤੋਂ ਵੱਧ ਯੋਗਦਾਨ ਪਾਇਆ। ਜੇ ਵੈਰੀਆਂ ਦਾ ਯੋਗਦਾਨ 20% ਹੈ ਤੇ ਸਾਡਾ ਸਿੱਖਾਂ ਦਾ 80% ਹੈ, ਕਿਉਂਕਿ ਮਾਨਤਾ, ਮਰਿਆਦਾ, ਪਰੰਪਰਾ, ਰਵਾਇਤਾਂ, ਆਪਣੇ ਗੁਰੂ ਮਹਾਰਾਜ ਦਾ ਬਖਸ਼ਿਆ ਸਿਧਾਂਤ ਸਭ ਤੋਂ ਪਹਿਲਾਂ ਅਸੀਂ ਆਪਣੇ ਹੱਥੋਂ ਛੱਡਿਆ। ਦੁਸ਼ਮਣ ਸਾਨੂੰ ਕਿੱਥੇ ਮਾਰ ਸਕੇ? ਅਸੀਂ ਤੇ ਖੁਦ ਮਰੇ, ਆਤਮ ਹੱਤਿਆ ਕਰ ਰਹੇ ਹਾਂ ਅਸੀਂ, ਕਿਉਂਕਿ ਗਰੀਬ ਨਵਾਜ ਮਹਾਰਾਜ ਦੇ ਉਪਦੇਸ਼ ਨੂੰ ਜਿਹੜਾ ਨਹੀਂ ਮੰਨੇਗਾ, ਜਿਸੈ ਦਿਖਾਲਾਂ ਵਾਟੜੀ ਤਿਸੈ ਭੁਲਾਵੇ ਕੌਣ, ਜਿਸੈ ਭੁਲਾਈ ਪੰਧ ਸਿਰ ਤਿਸੈ ਦਿਖਾਵੇ ਕੌਣ। ਮੈਂ ਇੱਕ ਵਿਚਾਰਵਾਨ ਦਾ ਇਹ ਵਿਚਾਰ ਪੜ੍ਹਿਆ ਸੀ, ਉਹ ਕਹਿੰਦਾ ਜਿਹੜੀ ਸੱਭਿਅਤਾਵਾਂ ਹੁੰਦੀਆਂ ਨੇ ਨਾ, ਸੱਭਿਅਤਾ ਕਲਚਰ ਹੁੰਦੇ ਨੇ, ਸੱਭਿਅਤਾ ਹੁੰਦੀ ਹੈ, ਸੱਭਿਅਤਾ ਕਦੇ ਕਤਲ ਨਹੀਂ ਹੁੰਦੀ। ਭਾਵ ਇਹ ਹੈ ਕਿ ਮੰਨ ਲਓ ਜਿਵੇਂ ਸਿੱਖ ਕੌਮ ਦਾ ਇਤਿਹਾਸ ਹੈ, ਇਹਨੂੰ ਜ਼ਾਲਮਾਂ ਨੇ ਬੜਾ ਕੋਇਆ ਹੈ, ਬੜਾ ਮਾਰਿਆ ਹੈ, ਬੜਾ ਖਪਾਇਆ ਹੈ, ਇਹਨੂੰ ਮਲੀਆ ਮੇਟ ਕਰਨ ਦੀ ਕੋਸ਼ਿਸ਼ ਸਦੀਆਂ ਤੋਂ ਚੱਲੀ, ਪਰ ਹੋਈ ਨਹੀਂ ਹੈ। ਤੁਸੀਂ ਪੁਰਾਣੇ ਪੁਰਖਿਆਂ ਦਾ ਇਤਿਹਾਸ ਪੜ੍ਹੋਗੇ ਦੰਗ ਰਹਿ ਜਾਓਗੇ। ਪਰ ਮਾਫ ਕਰਨਾ, ਸਾਨੂੰ ਤਾਂ ਹੁਣ ਆਦਤ ਪੈ ਗਈ ਮਿੱਠੀਆਂ ਮਿੱਠੀਆਂ ਗੱਲਾਂ ਜਿਹੜੀਆਂ ਨੇ ਨਾ, ਉਹ ਬਾਬਿਆਂ ਦੀਆਂ ਕਹਾਣੀਆਂ, ਵੀ ਉਹਨੇ ਇਵੇਂ ਕੀਤਾ, ਉਹਦੇ ਸਿਰ ਤੇ ਹੱਥ ਰੱਖਿਆ, ਉਹਨੂੰ ਨੌਕਰੀ ਮਿਲ ਗਈ, ਫਲਾਣੇ ਨੂੰ ਪਾਣੀ ਕਰਕੇ ਦਿੱਤਾ, ਉਹਨੂੰ ਇਹੋ ਜਿਹੀਆਂ ਹੁਣ ਅਸੀਂ ਹੀਣੀਆਂ ਜੀਆਂ ਗੱਲਾਂ ਸੁਣਦੇ ਆਦੀ ਜਿਹੇ ਬਣ ਗਏ। ਸਾਡਾ ਮਾਦਾ ਨਹੀਂ ਰਹਿ ਗਿਆ ਆਪਣੇ ਪੁਰਖਿਆਂ ਦੇ ਇਤਿਹਾਸ ਨੂੰ ਪੜ੍ਹਨ ਦਾ। ਉਹਨਾਂ ਨੇ ਕਿਵੇਂ ਆਪਣੀ ਜ਼ਿੰਦਗੀ ਦੀ ਕੀਮਤ ਤਾਰੀ ਹੈ, ਆਪਣੀ ਜ਼ਿੰਦਗੀ ਮੁੱਲ ਦੇ ਕੇ ਨਾ ਉਹਨਾਂ ਨੇ ਆਪਣਾ ਕਲਚਰ, ਆਪਣੀ ਸੱਭਿਅਤਾ ਨੂੰ ਬਚਾਇਆ। ਉਹ ਲਿਖਦਾ, ਕਹਿੰਦਾ ਸੱਭਿਅਤਾ ਕਦੇ ਕਤਲ ਨਹੀਂ ਹੁੰਦੀ, ਭਾਵੇਂ ਨੂੰ ਮਾਰਿਆ ਨਹੀਂ ਜਾ ਸਕਦਾ, ਧੱਕੇ ਨਾਲ ਮਲੀਆ ਮੇਟ ਨਹੀਂ, ਫਿਰ ਕੀ ਹੁੰਦਾ ਇਹਨੂੰ? ਕਹਿੰਦਾ ਇਹ ਤੇ ਆਤਮ ਹੱਤਿਆ ਕਰਦੀ ਹੈ। ਸੱਭਿਅਤਾਵਾਂ ਕਤਲ ਨਹੀਂ ਹੁੰਦੀਆਂ, ਸੱਭਿਅਤਾਵਾਂ ਆਤਮ ਹੱਤਿਆ ਕਰਦੀਆਂ ਨੇ। ਭਾਵ ਤੁਹਾਨੂੰ ਕੋਈ ਦੁਨੀਆ ਦੀ ਤਾਕਤ ਤੁਹਾਡੀ ਸੱਭਿਅਤਾ ਨੂੰ ਖਤਮ ਨਹੀਂ ਕਰ ਸਕਦੀ ਜੇ ਤੁਸੀਂ ਪੱਕੇ ਹੋ। ਜੇ ਤੁਸੀਂ ਕੱਚੇ ਹੋ ਤੇ ਤੁਹਾਨੂੰ ਕਤਲ ਕਰਨ ਦੀ ਲੋੜ ਹੀ ਨਹੀਂ, ਤੁਸੀਂ ਆਪੇ ਹੀ ਮਰ ਜਾਣਾ। ਜੇ ਤੁਹਾਡੇ ਅੰਦਰ ਉਹ ਸਿਧਾਂਤ ਤੇ ਸਪਿਰਟ ਨਹੀਂ ਨਾ, ਕਿਸੇ ਨੂੰ ਮਾਰਨ ਦੀ ਜ਼ਰੂਰਤ ਨਹੀਂ, ਤੁਸੀਂ ਆਪਣੀ ਬੋਝ ਥੱਲੇ ਨੱਪੇ ਜਾਣਾ। ਔਰ ਇਹ ਉਹਦਾ ਸ਼ਬਦ ਬੜਾ ਕੀਮਤੀ ਹੈ, ਸਮਝਣ ਵਾਲਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਲਕਬ ਦਿੱਤਾ ਖਾਲਸ, ਜਿਹੜਾ ਸਿੱਧਾ ਰੱਬ ਦੇ ਅਧੀਨ ਹੈ, ਜਿਹੜਾ ਕਿਸੇ ਬੰਦੇ ਦੀ ਗੁਲਾਮੀ ਨਹੀਂ ਕਰਦਾ, ਜਿਹੜਾ ਜਿਹਦੇ ਸੁਰਤ, ਜਿਹਦੇ ਜੀਵਨ ਉੱਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ, ਉਹਦੇ ਭਾਣੇ ਵਿੱਚ ਜਿਹੜਾ ਆਪਣੇ ਜੀਵਨ ਨੂੰ ਲੀਨ ਕਰ ਲੈਂਦਾ ਹੈ, ਉਹਨੂੰ ਖਾਲਸਾ ਕਿਹਾ ਜਾਂਦਾ ਹੈ। ਆਜ਼ਾਦ ਹਸਤੀ ਦਾ ਮਾਲਕ। ਗੁਲਾਮੀਆਂ ਸਰੀਰਕ ਹੀ ਨਹੀਂ ਹੁੰਦੀਆਂ, ਮਾਨਸਿਕ ਗੁਲਾਮੀਆਂ ਸਰੀਰਕ ਗੁਲਾਮੀਆਂ ਨਾਲੋਂ ਵੀ ਖਤਰਨਾਕ ਹੁੰਦੀਆਂ ਨੇ। ਇਸ ਕਰਕੇ ਦਾਤਾ ਸਤਿਗੁਰੂ ਜੀ ਬਾਣੀ ਵਿੱਚ ਆਖਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਜਿਨ੍ਹਾਂ ਨੇ ਤੇਰੇ ਵੱਡੇ ਦਰਬਾਰ ਦੀ ਸ਼ੋਭਾ ਕੀਤੀ ਹੈ, ਤੇਰੇ ਤਖਤ ਨੂੰ ਜਿਨ੍ਹਾਂ ਨੇ ਮਹਿਸੂਸ ਕੀਤਾ ਵੀ ਤੇਰਾ ਤਖਤ ਸਭ ਤੋਂ ਅਜ਼ੀਜ਼ ਤੇ ਉੱਚਾ ਹੈ, ਅਜ਼ੀਮ ਹੈ, ਉਹਨਾਂ ਨੇ ਕਿਸੇ ਦੀ ਗੁਲਾਮੀ ਨਹੀਂ ਮੰਨੀ, ਉਹ ਤਾਂ ਤੇਰੇ ਪਿਆਰੇ ਬਣ ਕੇ ਸੰਸਾਰ ਵਿੱਚ ਵਿਚਰੇ ਨੇ। ਸਤਿਗੁਰੂ ਮਹਾਰਾਜ ਸ਼ਬਦ ਵਰਤਦੇ ਨੇ, ਕਹਿੰਦੇ ਨੇ ਸੱਚ ਸਭਾ, ਤੇਰਾ ਇਹ ਸੰਸਾਰ ਰੂਪੀ ਦਰਬਾਰ ਵੀ ਸੱਚਾ ਹੈ। ਦੀਵਾਨ ਸੱਚ, ਦੀਵਾਨ ਦਾ ਅਰਥ ਹੁੰਦਾ ਕਚਹਿਰੀ, ਜਿੱਥੇ ਫੈਸਲਾ ਨਿਆਂ ਹੁੰਦਾ ਹੈ। ਹੇ ਵਾਹਿਗੁਰੂ, ਤੇਰਾ ਨਿਆਂ ਕਰਨ ਦਾ ਜਿਹੜਾ ਨਿਯਮ ਹੈ, ਅਸੂਲ ਹੈ, ਉਹ ਵੀ ਸਚਿਆਰਾ ਹੈ। ਸੱਚੇ ਪਹਿ ਧਰਿਓ, ਤੂੰ ਆਪਣਾ ਆਪ ਟਿਕਾਇਆ ਤੇ ਸੱਚੇ ਗੁਰੂ ਵਿੱਚ ਟਿਕਾਇਆ। ਭਾਵ ਤੇਰੇ ਗੁਣਾਂ ਦੀ ਸੋਝੀ ਗੁਰੂ ਦੇ ਰਾਹੀਂ ਮੈਨੂੰ ਹੋਈ, ਗੁਰੂ ਨਾਨਕ ਮਹਾਰਾਜ ਦੇ ਰਾਹੀਂ। ਇਸ ਕਰਕੇ ਬਾਣੀ 'ਚ ਸ਼ਬਦ ਵਰਤਿਆ, ਗੁਰਮਹਿ ਆਪ ਸਮੋਏ ਸ਼ਬਦ ਵਰਤਾਇਆ। ਸਤਿਗੁਰ ਵਿੱਚ ਆਪ ਰਖਿਓਨ, ਸਤਿਗੁਰ ਵਿੱਚ ਆਪ ਰਖਿਓਨ, ਕਰ ਪ੍ਰਗਟ ਆਖ ਸੁਣਾਇਆ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਆਪਣਾ ਆਪਾ ਗੁਰੂ ਦੇ ਵਿੱਚ ਟਿਕਾਇਆ, ਮੈਨੂੰ ਤੇ ਗੁਰੂ ਰਾਹੀਂ ਹੀ ਤੇਰੇ ਨਾਮ ਦੀ, ਤੇਰੇ ਗੁਣਾਂ ਦੀ ਸੋਝੀ ਹੋਈ। ਗੁਰੂ ਰਾਮਦਾਸ ਮਹਾਰਾਜ ਸ਼ਬਦ ਵਰਤਦੇ, ਕਹਿੰਦੇ ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ। ਮੈਂ ਆਪਣੇ ਗੁਰੂ ਨੂੰ ਰੱਬ ਦਾ ਰੂਪ ਮੰਨਦਾ, ਵੀ ਮੇਰਾ ਗੁਰੂ ਰੱਬ ਵਿੱਚ ਅਭੇਦ ਸੋਰੇ। ਭਲਾ ਕਿਉਂ? ਕਹਿੰਦੇ ਨੇ ਹਮ ਮੂੜ ਮੁਗਧ ਅਸ਼ੁੱਧ ਮਤ ਹੋਤੇ, ਅਸੀਂ ਤੇ ਮੂਰਖ ਹਾਂ, ਸਾਨੂੰ ਤਾਂ ਪਤਾ ਹੀ ਕੱਖ ਨਹੀਂ। ਅਸ਼ੁੱਧ ਮਤ ਦਾ ਮਤਲਬ ਹੈ ਭੈੜੀ ਬੁੱਧੀ, ਪਲੀਤ ਮਤ ਵਾਲੇ ਹਾਂ ਅਸੀਂ, ਹਮੇਸ਼ਾ ਪੁੱਠੇ ਖਿਆਲਾਂ ਵਿੱਚ ਉਲਝੇ ਰਹਿੰਦੇ ਹਾਂ। ਬੜੀ ਮਤ ਪਲੀਤ ਹੈ, ਗੰਦੀ ਹੈ। ਅਸ਼ੁੱਧ ਮਤ ਹੋਤੇ, ਅੱਗੇ ਸ਼ਬਦ ਵਰਤਿਆ ਗੁਰ ਸਤਿਗੁਰ ਕੈ ਬਚਨ,
ਗੁਰੂ ਦੇ ਉਪਦੇਸ਼ ਨਾਲ ਹਰ ਹਮ ਜਾਣੇ। ਮੈਂ ਗੁਰੂ ਦੇ ਉਪਦੇਸ਼ ਰਾਹੀਂ ਰੱਬ ਨੂੰ ਜਾਣਿਆ, ਸਮਝਿਆ। ਨਹੀਂ ਤਾਂ ਮੈਂ ਤਾਂ ਮੂਰਖ ਅਸ਼ੁੱਧ ਮਤ ਸਾਂ। ਇਸ ਕਰਕੇ ਮੈਂ ਸਮਝਦਾ ਗੁਰੂ ਤੇਰੇ ਵਿੱਚ ਇੱਕ ਸੋਰੇ ਤਾਂ ਤੇਰੇ ਬਾਬਤ ਉਹ ਜਾਣਦਾ, ਤੇ ਉਹਨੇ ਮੈਨੂੰ ਇਹ ਸੋਝੀ ਦਿੱਤੀ ਹੈ ਅਕਾਲ ਪੁਰਖ ਵਾਹਿਗੁਰੂ ਬਾਰੇ। ਇਸ ਕਰਕੇ ਮੈਂ ਆਪਣੇ ਗੁਰੂ ਦੀ ਬੜੀ ਕਦਰ ਕਰਦਾ, ਮੈਂ ਆਪਣੇ ਗੁਰੂ ਦੀ ਬੜੀ ਰਿਸਪੈਕਟ ਕਰਦਾ, ਸਤਿਕਾਰ ਕਰਦਾ। ਔਰ ਇਹ ਸਤਿਕਾਰ ਮੇਰਾ ਬਾਹਰੀ ਨਹੀਂ, ਪਦਾਰਥਕ ਹੀ ਨਹੀਂ, ਇਹ ਸਤਿਕਾਰ ਮੇਰਾ ਅੰਦਰੂਨੀ ਧੋਰਾ ਆਤਮਾ ਤੋਂ ਹੈ, ਆਪਣੇ ਗੁਰੂ ਦੇ ਪ੍ਰਤੀ। ਇਸ ਕਰਕੇ ਮਹਾਰਾਜ ਸ਼ਬਦ ਵਰਤਦੇ ਨੇ, ਸੱਚੇ ਪਹਿ ਧਰਿਓ ਸੱਚੇ ਤਖਤ ਨਿਵਾਸ। ਇਹ ਵਾਹਿਗੁਰੂ ਤੇਰਾ ਸਿੰਘਾਸਨ। ਤਖਤ ਦਾ ਅਰਥ ਹੁੰਦਾ ਸਟੇਟਸ, ਰੁਤਬਾ। ਤੇਰਾ ਜਿਹੜਾ ਸਟੇਟਸ ਹੈ, ਤੇਰਾ ਜਿਹੜਾ ਰੁਤਬਾ ਹੈ, ਤੇਰਾ ਜੋ ਨਿਵਾਸ ਹੈ, ਉਹ ਸਦੀਵ ਕਾਲ ਹੈ। ਤੇਰੇ ਸਟੇਟਸ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ। ਭਾਵ ਨਾ ਕੋਈ ਤੇਰਾ ਸ਼ਰੀਕ ਪੈਦਾ ਹੁੰਦਾ ਹੈ, ਨਾ ਕੋਈ ਤੇਰੇ ਬਰਾਬਰ ਹੈ, ਨਾ ਤੇਰੀ ਪਦ ਪਦਵੀ ਨੂੰ ਕੋਈ ਖਤਰਾ ਹੈ। ਇਸ ਕਰਕੇ ਮਹਾਰਾਜ ਆਖਦੇ ਨੇ ਸੱਚਾ ਤਖਤ ਨਿਵਾਸ। ਅੱਗੇ ਸ਼ਬਦ ਵਰਤਿਆ ਸੱਚ ਤਪਾਵਸ ਕਰਿਓ। ਤਪਾਵਸ ਦਾ ਅਰਥ ਹੈ ਨਿਆਂ, ਫੈਸਲਾ, ਨਿਰਣਾ। ਤਪਾਵਸ ਦਾ ਅਰਥ ਹੈ ਨਿਰਣਾ ਕਰ ਦੇਣਾ, ਫੈਸਲਾ ਕਰ ਦੇਣਾ। ਹੀ ਅਕਾਲ ਪੁਰਖ ਵਾਹਿਗੁਰੂ ਤੇਰੇ ਜਿਹੜੇ ਨਿਰਣੇ ਨੇ ਨਾ, ਤੇਰਾ ਜਿਹੜਾ ਫੈਸਲਾ, ਤੇਰਾ ਜਿਹੜਾ ਨਿਆਂ ਹੈ, ਉਹ ਸਚਿਆਰਾ ਹੈ, ਸਦੀਵ ਕਾਲ ਸਾਤੇ। ਤੇਰੇ ਨਿਆਂ ਨੂੰ ਕੋਈ ਬਦਲ ਨਹੀਂ ਸਕਦਾ। ਤੇਰੇ ਨਿਆਂ ਦੇ ਵਿਰੁੱਧ ਕਿਸੇ ਕੋਲ ਅਪੀਲਾਂ ਨਹੀਂ ਹੋ ਸਕਦੀਆਂ। ਤੇਰੇ ਫੈਸਲੇ ਤੇ ਤੇਰੇ ਨਿਰਣੇ ਹੀ ਸਦੀਵ ਕਾਲ ਅਟਲ ਨੇ। ਮਨੁੱਖ ਜੋ ਮਰਜ਼ੀ ਕਹੀ ਜਾਏ, ਤੇਰੇ ਨਿਰਣੇ ਕਦੇ ਨਹੀਂ ਬਦਲਦੇ। ਸੱਚ ਤਪਾਵਸ ਕਰਿਓ। ਅੱਗੇ ਸ਼ਬਦ ਵਰਤਿਆ ਸੱਚ ਸਿਰਜਿਓ ਸੰਸਾਰ। ਹੇ ਸਚਿਆਰੇ ਸੱਚ ਰੂਪ, ਹੇ ਸੱਚੇ, ਤੂੰ ਆਪਣਾ ਜੋ ਸੰਸਾਰ ਰਚਿਆ ਹੈ ਨਾ, ਇਹ ਵੀ ਤੇਰੀ ਬੜੀ ਕੀਮਤੀ ਦਾਤ ਹੈ। ਤੂੰ ਇਹ ਵੀ ਸਚਿਆਰਾ ਸੱਚ ਸਿਰਜਿਓ, ਭਾਵ ਇਹ ਵੀ ਹੋਂਦ ਵਾਲਾ ਹੈ। ਇਹਨੂੰ ਸੱਚ ਪਤਾ ਕਿਉਂ ਆਖਿਆ? ਕਿਉਂਕਿ ਕੁਝ ਲੋਕਾਂ ਦਾ ਧਾਰਮਿਕ ਦੁਨੀਆ ਦੇ ਅੰਦਰ ਖਿਆਲ ਸੀ ਵੀ ਰੱਬ ਤੇ ਸੱਚ ਹੈ, ਪਰ ਜੋ ਉਹਨੇ ਸਿਰਜਿਆ ਨਾ ਉਹ ਸਭ ਛਲਾਵਾ, ਝੂਠ, ਧੋਖਾ, ਬੇਈਮਾਨੀ ਤੇ ਜੰਜਾਲ ਹੈ। ਇਹਦੇ ਵਿੱਚ ਫਸਣਾ ਨਹੀਂ, ਇਹਦੇ ਚੋਂ ਫਸਣਾ ਨਹੀਂ। ਫਿਰ ਇਹਦੇ ਤੋਂ ਕਿੱਧਰ ਜਾਣਾ ਹੈ? ਉਹ ਕਹਿੰਦੇ ਸਨ ਛੱਡ ਦਿਓ ਸਭ ਕੁਝ, ਖਾਣ ਪੀਣ ਪਹਿਨਣ ਰਹਿਣ ਸਹਿਣ ਦੁਨੀਆ ਦੇ ਸੰਬੰਧ ਸਭ ਛਲਾਵਾ ਹੈ, ਇਹਦੇ ਤੋਂ ਮੁਕਤ ਹੋਣਾ ਹੀ। ਉਹਨਾਂ ਨੇ ਵਿਆਖਿਆ ਇਸ ਤਰ੍ਹਾਂ ਦੀ ਕੀਤੀ ਵੀ ਜਿਵੇਂ ਰੱਬ ਨੇ ਦੁਨੀਆ ਬਣਾ ਕੇ ਨਾ ਬਹੁਤ ਵੱਡੀ ਮੁਸੀਬਤ ਖੜੀ ਕਰ ਦਿੱਤੀ ਹੈ, ਵੀ ਬਹੁਤ ਵੱਡੀ ਮੁਸੀਬਤ ਹੈ। ਸੰਸਾਰ ਵੱਲ ਵੇਖੋ ਤਾਂ ਮਨ ਭਟਕਦਾ ਹੈ, ਸੁਣੋ ਤਾਂ ਮਨ ਭਟਕਦਾ ਹੈ, ਪਹਿਨੋ ਖਾਓ ਤਾਂ ਮਨ ਭਟਕਦਾ ਹੈ। ਪਾਬੰਦੀ ਲਾ ਦਿੱਤੀ ਔਰ ਇਵੇਂ ਮਹਿਸੂਸ ਹੋਇਆ ਵੀ ਇਹ ਜ਼ਿੰਦਗੀ ਨਹੀਂ ਮਿਲੀ, ਇੱਕ ਸਜ਼ਾ ਮਿਲ ਗਈ ਹੈ। ਤੇ ਰੱਬ ਨੇ ਸਜ਼ਾ, ਕਿਉਂਕਿ ਮਤ ਸਾਮੀ ਮਤ ਇਹ ਬਿਆਨ ਕਰਦੇ ਨੇ ਨਾ ਵੀ ਜਿਹੜਾ ਆਦਮ ਸੀ, ਉਹਨੂੰ ਪਹਿਲਾ ਵਿਅਕਤੀ ਜਿਹੜਾ ਆਦਮ ਹੈ, ਉਹਨੂੰ ਸਵਰਗ ਵਿੱਚ ਬਹਿਸ਼ਤ ਵਿੱਚ ਇੱਕ ਬੂਟੇ ਲੱਗੇ ਹੋਏ ਸਨ ਫਲਦਾਰ। ਉਹਨੂੰ ਭਗਵਾਨ ਨੇ ਕਿਹਾ, ਅੱਲਾ ਨੇ ਕਿਹਾ, ਗੋਡ ਨੇ ਕਿਹਾ ਵੀ ਤੂੰ ਇੱਥੋਂ ਫਲ ਨਹੀਂ ਤੋੜਨਾ। ਤੋੜ ਲਿਆ, ਇਨਸਾਨ ਸੀ। ਉਹਨੂੰ ਧੱਕਾ ਦੇ ਦਿੱਤਾ ਵੀ ਤੂੰ ਹੁਣ ਇੱਥੇ ਰਹਿ ਹੀ ਨਹੀਂ ਸਕਦਾ, ਕਿਉਂਕਿ ਤੂੰ ਅਸੂਲ ਤੋੜਿਆ। ਤੇ ਅਸੂਲ ਟੁੱਟ ਗਿਆ, ਇਸ ਕਰਕੇ ਉਹਨੂੰ ਬਹਿਸ਼ਤ ਵਿੱਚੋਂ ਧੱਕਾ ਦਿੱਤਾ ਤੇ ਇਸ ਦੁਨੀਆ 'ਚ ਆ ਗਿਆ। ਇੱਥੇ ਉਹਨੂੰ ਸਜ਼ਾ ਦਿੱਤੀ, ਇੱਥੇ ਉਦਾਸ ਰਹਿਣ ਲੱਗਿਆ, ਇਕੱਲਾ ਸੀ। ਫਿਰ ਉਹਦੇ ਸਰੀਰ 'ਚੋਂ ਇੱਕ ਨਾੜ ਕੱਢ ਕੇ ਉਹਦੇ ਤੋਂ ਔਰਤ ਬਣਾਈ। ਇਸ ਤਰ੍ਹਾਂ ਦੀ ਕਹਾਣੀ ਹੈ ਬਾਈਬਲ ਵਿੱਚ, ਸਾਮੀ ਮਤਾਂ ਵਿੱਚ। ਜਿੰਨਾ ਚਿਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਨਾ ਪੜ੍ਹਦੇ ਔਰ ਅਸੀਂ ਦੂਸਰੇ ਧਰਮਾਂ ਨੂੰ ਵੀ ਨਾਲ ਥੋੜਾ ਥੋੜਾ ਨਹੀਂ ਵੇਖਦੇ, ਸਾਨੂੰ ਪਤਾ ਹੀ ਨਹੀਂ ਲੱਗਣਾ ਵੀ ਗੁਰੂ ਗ੍ਰੰਥ ਸਾਹਿਬ ਨੇ ਕਿੱਡਾ ਵੱਡਾ ਧਰਮ ਦੀ ਦੁਨੀਆ 'ਚ ਇਨਕਲਾਬ ਪੈਦਾ ਕੀਤਾ। ਇਹ ਤੇ ਐਵੇਂ ਅਸੀਂ ਪ੍ਰਭਾਵਿਤ ਹੋ ਰਹੇ ਹਾਂ ਉਪਰਲੀਆਂ ਗੱਲਾਂ ਤੋਂ। ਤੁਸੀਂ ਧਰਮ ਦੇ ਮਾਰਗ ਦੇ ਉੱਤੇ ਜ਼ਰਾ ਕੁ ਖੋਜ ਪੜਤਾਲ ਕਰੋਗੇ, ਪਤਾ ਲੱਗ ਜਾਏਗਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਦੀ ਔਰ ਮਨੁੱਖ ਦੇ ਜਿਹੜੇ ਸੰਬੰਧ ਨੇ, ਕੁਦਰਤ ਦਾ ਜਿਹੜਾ ਮਨੁੱਖ ਨਾਲ ਰਿਲੇਸ਼ਨ ਹੈ, ਵਰਤੋਂ ਵਿਹਾਰ, ਇਹਨੂੰ ਕਿਸ ਰੂਪ ਵਿੱਚ ਬਿਆਨ ਕੀਤਾ। ਅੱਖਾਂ ਮੀਟ ਕੇ ਚੱਲਣ ਦਾ ਨਾਮ ਧਰਮ ਨਹੀਂ ਹੈ। ਸਤਿਗੁਰੂ ਮਹਾਰਾਜ ਨੇ ਇਹਨਾਂ ਕਹਾਣੀਆਂ ਨੂੰ ਫਜ਼ੂਲ ਮੰਨਿਆ। ਹਜ਼ੂਰ ਆਖਦੇ ਰੱਬ ਨੇ ਸੰਸਾਰ ਬਣਾਇਆ, ਬੜੀ ਉੱਤਮ ਕਿਰਤ ਹੈ ਸੰਸਾਰ, ਮਨੁੱਖ ਪੈਦਾ ਕੀਤਾ। ਅਕਾਲ ਪੁਰਖ ਵਾਹਿਗੁਰੂ ਦੀ ਬਿਹਤਰੀਨ ਕਿਰਤ ਹੈ ਮਨੁੱਖ, ਸਭ ਤੋਂ ਆਲਾ ਦਰਜੇ ਦੀ ਚੀਜ਼, ਇਹ ਹੁਨਰਮੰਦ ਚੀਜ਼ ਬਣਾਈ ਹੈ। ਇਹ ਸੰਸਾਰ ਦੇ ਵਿੱਚ ਹੀ ਨਿਰੰਕਾਰ ਵਸਦਾ ਹੈ। ਇਸ ਤੋਂ ਨਾ ਭੱਜ ਸਕੀਦਾ ਤੇ ਨਾ ਹੀ ਭੱਜਣਾ ਹੈ, ਨਾ ਹੀ ਭੱਜਿਆ ਜਾਣਾ ਹੈ। ਇਸ ਵਿੱਚ ਰਹਿੰਦਿਆਂ ਆਪਣੇ ਜੀਵਨ ਨੂੰ ਸੁਖੈਨ ਢੰਗ ਨਾਲ ਜੀਂਦਿਆਂ, ਹੱਸਦਿਆਂ, ਪਹਿਨਦਿਆਂ, ਖਾਂਦਿਆਂ, ਵਰਤਦਿਆਂ ਉਸ ਅਕਾਲ ਪੁਰਖ ਦੇ ਗੁਣਾਂ ਨੂੰ ਆਪਣੇ ਜੀਵਨ 'ਚ ਵਸਾ ਕੇ ਨੇਕੀ ਤੇ ਧਰਮ ਦੀ ਪਾਲਣਾ ਕਰਦਿਆਂ
ਅਸੀਂ ਰੱਬ ਦੇ ਬੰਦੇ ਵੀ ਬਣੇ ਰਹਿਣਾ ਤੇ ਸੰਸਾਰਕ ਤੌਰ ਤੇ ਵੀ ਚੰਗਾ ਜੀਵਨ ਜੀਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇਹ ਸੁਖੈਨ ਜੁਗਤ ਦਸੀ ਹੈ ਸਾਨੂੰ ਆਪਣੀ ਮੁਬਾਰਕ ਬਾਣੀ ਵਿੱਚ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ। ਇਹ ਤਰੀਕਾ ਹੈ। ਇਸ ਕਰਕੇ ਸੱਚ ਆਖਿਆ ਸੰਸਾਰ ਨੂੰ, ਇਹ ਹੋਂਦ ਹੈ ਇਹਦੀ, ਇਹਨੂੰ ਨਕਾਰਿਆ ਨਹੀਂ ਜਾ ਸਕਦਾ। ਸੱਚ ਸਿਰਜੋ ਸੰਸਾਰ, ਔਰ ਸ਼ਬਦ ਵਰਤੇ ਆਪ ਅਭੁੱਲ ਨਾ ਭੁੱਲੋ। ਉਹ ਅਭੁੱਲ ਇਹ ਭੁੱਲਦਾ ਕਦੇ ਨਹੀਂ। ਹੁਣ ਕੋਈ ਗਲਤੀ ਨਹੀਂ ਕੀਤੀ ਸੰਸਾਰ ਨੂੰ ਰਚ ਕੇ, ਮਨੁੱਖ ਨੂੰ ਬਣਾ ਕੇ। ਆਪ ਅਭੁੱਲ ਨਾ ਭੁੱਲੋ, ਰਤਨ ਨਾਮ ਅਪਾਰ। ਹੇ ਅਕਾਲ ਪੁਰਖ ਵਾਹਿਗੁਰੂ, ਤੇਰਾ ਨਾਮ ਬੇਸ਼ੁਮਾਰ ਦੌਲਤ ਹੈ। ਜਿਹੜੇ ਤੇਰੀ ਯਾਦ ਹੈ, ਤੇਰੇ ਗੁਣ ਨੇ ਨਾ, ਨਾਮਦਾਰ ਤੇ ਰੱਬ ਦੀ ਪ੍ਰਵਿਰਤੀ, ਰੱਬ ਦਾ ਸੁਭਾਅ, ਰੱਬ ਦਾ ਜੋ ਗੁਣ ਹੈ ਉਹਦੇ ਵਿੱਚ, ਜੋ ਖੂਬੀਆਂ ਨੇ, ਜੋ ਸਿਫਤਾਂ ਨੇ, ਉਹਨਾਂ ਦਾ ਸੰਗ੍ਰਹਿ। ਇਹ ਅਕਾਲ ਪੁਰਖ ਵਾਹਿਗੁਰੂ ਇਹ ਅਜ਼ੀਮ ਦੌਲਤ ਹੈ, ਜਿਹਦੇ ਭਾਗਾਂ ਵਿੱਚ, ਜਿਹਦੇ ਲੇਖਾਂ ਵਿੱਚ, ਜਿਹਦੇ ਕਰਮਾਂ ਵਿੱਚ ਹੈ, ਭਾਵ ਜਿਹਦੀ ਝੋਲੀ 'ਚ ਤੂੰ ਪਾ ਦਿੰਦਾ। ਗੁਰੂ ਦੇ ਰਾਹੀਂ ਜਿਹੜਾ ਇਹ ਦਾਤ ਪ੍ਰਾਪਤ ਕਰ ਲੈਂਦਾ, ਉਹ ਤੇਰੇ ਗੁਣਾਂ ਦੀ ਦੌਲਤ ਨਾਲ ਮਾਲਾ ਮਾਲ ਹੋ ਜਾਂਦਾ। ਰਤਨ ਨਾਮ ਅਪਾਰ, ਕੀਮ ਨਾ ਪਵੈ ਮੁੱਲੋ। ਇਹਦੀ ਸੰਸਾਰਕ ਪਦਾਰਥਾਂ ਵਿੱਚ ਕੋਈ ਕੀਮਤ ਨਹੀਂ ਮਾਪੀ ਜਾ ਸਕਦੀ। ਜਿਹਦੇ ਪੱਲੇ ਤੇਰਾ ਗੁਣ, ਤੇਰਾ ਸੁਭਾਅ ਜਿਹਦੇ ਅੰਦਰ ਟਿਕ ਗਿਆ, ਇਹ ਨਾਮ ਦੀ ਕੋਈ ਕੀਮਤ ਨਹੀਂ। ਹਰਿ ਆਪ ਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੈ ਵਿਟੋਂ ਰਹੇ ਲੋਕ ਵਿਲ ਲਾਏ। ਇਹ ਬੇਸ਼ੁਮਾਰ ਹੈ ਔਰ ਅਮੋਲਕ ਹੈ, ਇਹਦੀ ਕੋਈ ਕੀਮਤ ਨਹੀਂ ਆਂਕੀ ਜਾ ਸਕਦੀ, ਇਹਦਾ ਕੋਈ ਮੁੱਲ ਨਹੀਂ ਤੈਅ ਕੀਤਾ ਜਾ ਸਕਦਾ। ਜਿਹਨੂੰ ਭਗਤ ਕਬੀਰ ਸਾਹਿਬ ਜੀ ਆਖਦੇ, ਰਾਮ ਪਦਾਰਥ ਪਾਏ ਕੈ ਕਬੀਰਾ, ਗਾਂਠ ਨਾ ਖੋਲ ਨਹੀਂ ਪਟਣ। ਪਟਣ ਦਾ ਅਰਥ ਹੁੰਦਾ ਇਹਦੇ ਕੋਈ ਬਾਜ਼ਾਰ ਨਹੀਂ ਲੱਗਦੇ, ਨਹੀਂ ਪਾਰਖੂ, ਕੋਈ ਇਹਨੂੰ ਪਰਖਣ ਨਿਰਖਣ ਵਾਲਾ ਨਹੀਂ, ਨਹੀਂ ਗਾਹਕ ਨਹੀਂ ਮੋਲ। ਨਾ ਇਹ ਮੁੱਲ ਵਿਕਦੇ ਨੇ, ਨਾ ਇਹਦਾ ਕੋਈ ਗਾਹਕ। ਇਹਨੂੰ ਤਾਂ ਕਮਾਇਆ ਜਾਂਦਾ ਹੈ ਆਪਣੇ ਜੀਵਨ ਅੰਦਰ, ਗੁਰੂ ਦੇ ਉਪਦੇਸ਼ ਦੇ ਰਾਹ ਤੇ ਚੱਲਦੇ ਆ। ਜੇ ਕਿਰਪਾਲ ਹੋਇਓ ਗੋਬਿੰਦ, ਸਾਰੀ ਸ੍ਰਿਸ਼ਟੀ ਦਾ ਮਾਲਕ ਅਕਾਲ ਪੁਰਖ, ਜਿਸ ਉੱਤੇ ਦਇਆਵਾਨ ਕਿਰਪਾਵਾਨ, ਭਾਵ ਜਿਹੜਾ ਉਹਦੀ ਬਖਸ਼ਿਸ਼ ਦਾ ਪਾਤਰ ਬਣਦਾ, ਉਹਦੇ ਤਰਸ ਤੇ ਪਿਆਰ ਨੂੰ ਮਾਣਦਾ, ਸਰਬ ਸੁਖ ਤਿਨਹੂ ਪਾਏ। ਉਹਨੇ ਸਾਰੇ ਆਤਮਿਕ ਸੁਖ ਪ੍ਰਾਪਤ ਕਰ ਲਏ ਹਨ। ਉਹ ਆਤਮਿਕ ਤੌਰ ਉੱਪਰ ਸੁਖੀ ਹੋ ਗਿਆ। ਉਹਦਾ ਮਨ, ਉਹਦੀ ਸੁਰਤ ਇੱਕ ਸੁਖ ਨੂੰ ਮਾਣਦੇ ਨੇ, ਜਿਹੜਾ ਸੁਖ ਕਦੇ ਖਤਮ ਨਹੀਂ ਹੁੰਦਾ, ਜਿਹੜਾ ਸੁਖ ਦੁੱਖ ਵਿੱਚ ਤਬਦੀਲ ਨਹੀਂ ਹੁੰਦਾ। ਹਰ ਗੁਰ ਨਾਨਕ ਜਿਨ ਪਰਸਿਓ, ਸਤਿਗੁਰੂ ਅਖੀਰਲੀ ਪੰਕਤੀ ਵਿੱਚ ਆਖਦੇ ਨੇ। ਇੱਥੇ 7ਵਾਂ ਸਵਈਆ ਸਮਾਪਤ ਹੁੰਦਾ ਹੈ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ, ਹਰੀ ਅਕਾਲ ਪੁਰਖ ਦਾ ਰੂਪ ਹੋ ਚੁੱਕੇ ਗੁਰੂ ਨਾਨਕ ਮਹਾਰਾਜ ਨੂੰ ਜਿਸ ਨੇ ਪਰਸਿਆ, ਭਾਵ ਜਿਨ੍ਹਾਂ ਨੇ ਉਹਨਾਂ ਦੇ ਉਪਦੇਸ਼ ਨਾਲ ਸਾਂਝ ਬਣਾਈ ਹੈ, ਉਹਨਾਂ ਦੇ ਮਾਰਗ ਦਾ ਦੱਸੇ ਹੋਏ ਰਾਹ ਦਾ ਜਿਹੜਾ ਪਾਂਧੀ ਬਣਿਆ ਹੈ, ਉਹਨਾਂ ਦੇ ਉਪਦੇਸ਼ ਮੁਤਾਬਕ ਜਿਹੜਾ ਜ਼ਿੰਦਗੀ ਜਿਉਂਦਾ ਹੈ, ਤੇ ਬਹੁੜ ਫਿਰ ਜੋਨ ਨਾ ਆਏ। ਉਹ ਜੂਨਾਂ ਵਿੱਚ, ਭਾਵ ਭੈੜੀਆਂ ਬਿਰਤੀਆਂ ਵਿੱਚ ਨਹੀਂ ਭਟਕਦੇ। ਉਹ ਸਹੀ ਮਾਇਨਿਆਂ ਵਿੱਚ ਉਸ ਗੁਰੂ ਨਾਨਕ ਮਹਾਰਾਜ ਦੀ ਦਸੀ ਜੁਗਤ ਨੂੰ ਅਪਣਾ ਕੇ, ਉਸ ਰਾਹ ਦੇ ਮੁਸਾਫਰ ਰਾਹੀ ਬਣ ਕੇ ਉਹ ਸੱਚ ਵਿੱਚ ਲੀਨ ਹੁੰਦੇ ਨੇ। ਮਾਨਸਿਕ ਆਤਮਿਕ ਤੌਰ ਤੇ ਉਹਨਾਂ ਦੀ ਹਰ ਕਿਸਮ ਦੀ ਭਟਕਣਾ ਮੁੱਕ ਜਾਂਦੀ ਏ। ਉਹ ਵੱਖ-ਵੱਖ ਬਿਰਤੀਆਂ ਵਿੱਚ ਨਹੀਂ ਭਟਕਦੇ। ਉਹਨਾਂ ਨੂੰ ਮਹਾਰਾਜ ਆਖਦੇ ਨੇ ਉਹ ਸਹਿਜ, ਜਿਹਨੂੰ ਅਸੀਂ ਕਹਿੰਦੇ ਬੈਲੈਂਸ, ਅਡੋਲਤਾ ਵਾਲਾ ਜੀਵਨ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।